जी का खालसा वाहिगुरू जी की फतेह। सतगुरां दी पवित्र पावन हजूरी विच सुशोभित होके जिथे सारा ही विश्व उन्हां वड्डे शहीदां दी याद विच जुड़ के हिरदे तो शरधा दे फुल भेंट कर रहे हैं। उत्थे ही आप दी हर रोज दी तरह अज भी ऐसे महान दिन निक्कियां जिंदा वड्डे साके जो मेरे दशमेश पिता दे छोटे छोटे पुत्रां ने वरता दिते। सवेर तो ही आप जी उन्हां दी याद विच थां थां ते जुड़ के नाम जप रहे हो, सिमरन कर रहे हो। वडभागा समा प्राप्त होया सतसंग दे रूप दे विच अज भी आपां इकत्र होए हां। परसों शाम दे दीवाना दे विच चल रही कथा दे विचों आप जियां ने कुछ अंश सरवण कीते, जिस विच दशमेश पिता जी बाल उम्र दे विच पंजाब जाण दा प्रण करते हैं। इन्ने नूं थोड़े दिनां बाद गुरु तेग बहादुर साहब जियां दा खत प्राप्त हो गया। जदों सतगुरां दा आउणा पंजाब नूं जगते सेठ ने सुनिया, चल के गुरु चरनां विच आया, आखण लग्या पातशाह मैं कौन हाँ तुहानूं रोकण वाला। मेरा तन मन धन सब कुछ आप जी दा है। जे तुसी सचमुच जाना ही चाहुंदे हो, पूरे हिंदुस्तान दे हर शहर दे विच मेरी अपनी कोठी, मेरा अपना घर है। मेरी बेनती प्रवान करो, जिस शहर विच भी आप जी रुको, आप जी अपने उस मकान विच चरण जरूर पा दिओ। ये जगता सेठ बार बार सतगुरां दे चरनां विच बंदना ते अरजोइयां करदा है। आप जियां ने इस कथा दा आनंद माणिया सी। एक ते चल रहा इतिहास ते दूजा अज दा दिन बहुत वड्डा दिन है। उस दिन दियां विचारां दी आओ सांझ पाइए। रसना करो पवित्र, गज वज के प्यार सहित जपो जी सतनाम सिरे वाहिगुरु साहिब जी। सतनाम सिरे वाहिगुरु साहिब जी। दोहरा मिले कीन सब बंदना, सिख कर कै उर पाओ। गन मेवे अर्पण करे, आनंद हृदय ना समाओ। नावे सतगुरु गुरु तेग बहादुर साहब महाराज उन्हां समयां दे विच आनंदपुर दी धरती ते विराजमान ने। जिस वेले दी गल कवि भाई संतोख सिंह पटना साहिब तो दोहरा रहे हैं। सतगुरां दा खत जदों चल के पटने दी धरती ते सिख लेके आया है, गुरु गोबिंद सिंह साहिब महाराज ने सारे परिवार नूं हुक्म सुनाया है, हुण ते साडी मन दी मुराद पूरी हो गई। दादी जी आपां नूं अवश्य जाना पैना है।
ਜਦੋਂ ਸਤਿਗੁਰਾਂ ਦਾ ਜਾਣਾ ਸੁਣਿਆ, ਜਗਤਾ ਸੇਠ ਗੁਰੂ ਚਰਨਾਂ ਵਿੱਚ ਬੈਠਾ, ਬੇਅੰਤ ਸੰਗਤਾਂ ਸੁੱਕੇ ਮੇਵੇ ਪਦਾਰਥ ਭਟਾਵਾਂ ਲੈ ਕੇ ਗੁਰੂ ਚਰਨਾਂ ਵਿੱਚ ਹਾਜ਼ਰ ਹੋਈਆਂ। ਚੋਪਈ ਸਭਿਨ ਸੰਗ ਹੋਏ ਲਿਆਵਨ ਠਾਨੇ, ਡੇਰਾ ਕਰਵਾਇਓ ਸ਼ੁਭ ਥਾਨੇ। ਅੱਜ ਨੇਤਰ ਭਰ ਕੇ ਜਗਤਾ ਆਖਦਾ, ਗੁਰੂ ਜੀ ਜੋ ਕੁਝ ਬਖਸ਼ਿਆ ਸਭ ਤੁਹਾਡਾ ਹੀ ਬਖਸ਼ਿਆ ਹੋਇਆ। ਜਿੰਨੇ ਮਕਾਨ, ਜਿੰਨੀਆਂ ਕੋਠੀਆਂ ਨੇ, ਸਭ ਤੁਹਾਡੀਆਂ ਆਪਣੀਆਂ ਤੇ ਹਨ। ਉਸ ਵੇਲੇ ਜਗਤਾ ਸੇਠ ਬੜੇ ਪਿਆਰ ਵਿੱਚ ਸਤਿਗੁਰਾਂ ਦੇ ਨਾਂ ਤੇ ਇੱਕ ਖੱਤ ਲਿਖਦਾ ਹੈ, ਗਰੀਬ ਨਵਾਜ, ਧੰਨ ਕਰਕੇ ਹਰ ਮਨੁੱਖ ਨੂੰ ਜ਼ਰੂਰਤਾਂ ਹੁੰਦੀਆਂ ਨੇ। ਰਾਜੇ ਮਹਾਰਾਜੇ ਅਵਤਾਰੀ ਪੁਰਸ਼ ਇਸ ਦੁਨੀਆ ਤੇ ਆਉਂਦੇ ਨੇ, ਧਨ ਦੌਲਤ ਸ਼ੌਹਰਤ ਉਹਨਾਂ ਨੂੰ ਵੀ ਲੋੜ ਹੁੰਦੀ ਹੈ ਸਮਾਜ ਵਿੱਚ ਚੱਲਣ ਵਾਸਤੇ। ਸਤਿਗੁਰ ਜੀ ਕਿਸੇ ਵਸਤੂ ਦੀ ਕਮੀ ਆ ਜੇ, ਤੋੜ ਆ ਜੇ, ਆਪ ਜੀ ਇਹ ਖੱਤ ਦਿਖਾ ਕੇ ਜੋ ਮਰਜ਼ੀ ਲੈ ਲਿਓ, ਉਹ ਘਰਾਂ ਵਿੱਚ ਚਰਨ ਪਾਇਓ। ਜਦੋਂ ਜਗਤੇ ਸੇਠ ਦੀਆਂ ਬੇਨਤੀਆਂ ਨੂੰ ਸਤਿਗੁਰਾਂ ਨੇ ਸੁਣਿਆ, ਗੋਬਿੰਦ ਰਾਏ ਜੀ ਨੂੰ ਬੜਾ ਤਰਸ ਆਇਆ ਉਹਨਾਂ ਦੇ ਪ੍ਰੇਮ ਤੇ। ਸਤਿਗੁਰ ਕਹਿੰਦੇ, ਸੇਠ ਜੀ ਜੇ ਤੁਸੀਂ ਘਰ ਦੇ ਦਿੱਤੇ, ਜੇ ਤੁਸੀਂ ਧਨ ਸੌਂਪ ਦਿੱਤਾ, ਜੇ ਤੁਸੀਂ ਤਨ ਅਰਪਣ ਕਰ ਦਿੱਤਾ, ਤੇ ਸਮਝੋ ਗੋਬਿੰਦ ਰਾਏ ਨੇ ਸਭ ਕੁਝ ਪ੍ਰਵਾਨ ਹੀ ਕਰ ਲਿਆ। ਆਖੋ ਸਤਨਾਮ। ਤੁਸੀਂ ਪਿਆਰ ਨਾਲ ਦਿੱਤਾ ਤੇ ਅਸੀਂ ਰੱਖ ਲਿਆ। ਪਰ ਸੱਜਣਾ, ਹੁਣ ਇੰਨਾ ਸਮਾਂ ਸਾਡੇ ਕੋਲ ਨਹੀਂ, ਅਸੀਂ ਇੱਕ ਇੱਕ ਘਰ ਦੇ ਵਿੱਚ ਚਾਹੀਏ। ਸਾਡੇ ਸਿਰ ਤੇ ਜ਼ਿੰਮੇਵਾਰੀਆਂ ਬੜੀਆਂ ਨੇ। ਗੁਰੂ ਜੀ ਕਹਿੰਦੇ, ਜਗਤਿਆ ਤੂੰ ਤੇ ਸਾਨੂੰ ਸਭ ਕੁਝ ਦੇਤਾ, ਅੱਜ ਤੈਨੂੰ ਜੋ ਚਾਹੀਦਾ ਉਹ ਮੰਗ ਲੈ, ਜੋ ਤੈਨੂੰ ਚਾਹੀਦਾ। ਦੋਨੇ ਹੱਥ ਜੋੜ ਕੇ ਕਹਿੰਦਾ, ਮਹਾਰਾਜ ਮੈਨੂੰ ਤੇ ਤੁਹਾਡੇ ਦੀਦਾਰ ਹੀ ਚਾਹੀਦੇ ਨੇ, ਹੋਰ ਤੇ ਮੈਨੂੰ ਕੁਝ ਨਹੀਂ ਚਾਹੀਦਾ। ਜੇ ਸੱਚ ਦਿਲ ਦੀ ਤਾਂਗ ਤੁਸੀਂ ਪੁੱਛੋ, ਮੈਂ ਤੇ ਇਹ ਚਾਹੁੰਦਾ ਤੁਸੀਂ ਮੇਰੇ ਤੋਂ ਦੂਰ ਕਦੇ ਨਾ ਹੋਵੋ। ਦਿਲ ਤੇ ਮੇਰਾ ਇਹ ਕਹਿੰਦਾ ਹੈ। ਗੋਬਿੰਦ ਰਾਏ ਬੜੇ ਪ੍ਰਸੰਨ ਹੋਏ, ਸਿਰ ਤੇ ਹੱਥ ਰੱਖ ਕੇ ਕਹਿੰਦੇ, ਜਗਤਿਆ ਜਦ ਵੀ ਸਾਨੂੰ ਯਾਦ ਕਰੇਗਾ, ਏਦਾਂ ਹੀ ਤੇਰੇ ਕੋਲ ਬਹਿ ਕੇ ਗੱਲਾਂ ਦੇ ਜਵਾਬ ਦਿਆ ਕਰਾਂਗੇ। ਆਖੋ ਸਤਨਾਮ। ਪਿਆਰ ਵਾਲਿਆਂ ਤੋਂ ਅਸੀਂ ਕਦੇ ਦੂਰ ਨਹੀਂ, ਪ੍ਰੇਮ ਵਾਲਿਆਂ ਤੋਂ ਕਦੇ ਦੂਰ ਨਹੀਂ। ਦੂਰ ਕਿੰਨਾ ਤੋਂ ਆ? ਬੁਲਾਕੀ ਦਾਸ ਵਰਗੇ ਮਸੰਦ ਜਿਹੜੇ ਗੁਰੂ ਘਰ ਦੀ ਮਾਇਆ ਇਕੱਠੀ ਕਰਕੇ ਰੱਖਦੇ ਨੇ, ਪਰ ਗੁਰੂ ਘਰ ਨਹੀਂ ਸੌਂਪਦੇ। ਮਹਾਰਾਜ ਕਹਿੰਦੇ, ਪ੍ਰੇਮ ਵਾਲਿਆਂ ਦੇ ਹਿਰਦੇ ਵਿੱਚ ਵਸਦੇ ਆ, ਤੇ ਜਿਹੜੇ ਦਿਮਾਗ ਤੋਂ ਸੋਚਦੇ ਨੇ, ਦਿਮਾਗ ਕਰਕੇ ਗੁਰੂ ਨੂੰ ਮੰਨਦੇ ਨੇ, ਗੁਰੂ ਜੀ ਕਹਿੰਦੇ ਉਹਨਾਂ ਤੋਂ ਦੂਰ। ਰੱਬ ਅਕਸਰ ਉਹਨਾਂ ਦੇ ਕਰੀਬ ਹੁੰਦਾ ਹੈ ਜਿਹੜੇ ਪ੍ਰਮਾਤਮਾ ਨੂੰ ਦਿਲੋਂ ਯਾਦ ਕਰਦੇ ਮਨ ਨਾਲ। ਇੱਕ ਲੋਕ ਏਦਾਂ ਦੇ ਵੀ ਨੇ, ਉਹ ਰੱਬ ਨੂੰ ਯਾਦ ਕਰਦੇ ਨੇ ਸਿਰਫ ਦਿਮਾਗ ਨਾਲ। ਮਤਲਬ ਵੇਲੇ ਨਹਾਉਂਦੇ ਧੋਂਦੇ ਵਾਹਿਗੁਰੂ ਵਾਹਿਗੁਰੂ ਕਹੀ ਜਾਣਾ, ਤੁਰਦੇ ਫਿਰਦੇ ਕੰਮਕਾਰ ਕਰਦੇ ਵਾਹਿਗੁਰੂ ਵਾਹਿਗੁਰੂ ਕਹਿ ਦਿੱਤਾ, ਉਹ ਦਿਲ ਥੋੜਾ ਕਹਿੰਦਾ, ਮਨ ਥੋੜਾ ਆਖਦਾ। ਉਹਦੇ ਦਿਮਾਗ ਸਟ੍ਰੈਸ ਪਾ ਰਿਹਾ ਹੈ ਇਸ ਗੱਲ ਦਾ, ਕਦੇ ਭਲਿਆ ਤੂੰ ਵੀ ਵਾਹਿਗੁਰੂ ਕਹਿ ਲਿਆ ਕਰ, ਸ਼ਾਇਦ ਤੇਰਾ ਵਾਹਿਗੁਰੂ ਕਿਹਾ ਲੋਕ ਤੈਨੂੰ ਚੰਗਾ ਸਮਝ ਲੈਣ। ਗੁਰੂ ਜੀ ਕਹਿੰਦੇ, ਜਗਤਿਆ ਤੇਰੇ ਦਿਲ ਵਿੱਚ ਪ੍ਰੇਮ ਹੈ ਤੇ ਅਸੀਂ ਤੇਰੇ ਦਿਲ ਵਿੱਚ ਵਸਦੇ ਹਾਂ। ਕਦੇ ਆਵਾਜ਼ ਮਾਰ ਕੇ ਬੁਲਾ ਕੇ ਵੇਖ ਲਈ। ਸੁੰਦਰ ਇੱਕ ਪ੍ਰਿਯੰਗ ਲੈ ਆਏ, ਉਜਲ ਆਸ ਤਰਨ ਕੋ ਛਾਏ। ਅੱਜ ਸਾਰੇ ਪਟਨੇ ਦੀਆਂ ਸੰਗਤਾਂ ਘੁੱਬਾ ਮਾਰ ਕੇ ਰੋ ਰਹੀਆਂ ਨੇ। ਦਸ਼ਮੇਸ਼ ਜੀਆਂ ਦਾ ਹੁਕਮ ਹੋਇਆ, ਸਮਾਨ ਤਿਆਰ ਕੀਤਾ ਗਿਆ ਸਾਰਾ। ਕਹਿੰਦੇ, ਮਹਾਰਾਜ ਛੱਡ ਕੇ ਚੱਲੇ ਤੁਸੀਂ ਤੇ ਸੱਚਮੁੱਚ? ਸੰਗਤਾਂ ਪੁੱਛਦੀ, ਕੋਈ ਨਿਸ਼ਾਨੀ ਤੇ ਦੇ ਦਿਓ। ਗੋਬਿੰਦ ਰਾਏ ਜੀ ਨੇ ਨਜ਼ਰ ਮਾਰੀ, ਉਹ ਭਵਿੱਖ ਸਭ ਕੁਝ ਜਾਣਦੇ ਨੇ। ਸਤਿਗੁਰਾਂ ਕੋਲ ਸੀ ਪੰਗੂੜਾ, ਛੋਟਾ ਜਿਹਾ ਝੂਲਾ ਕਹਿ ਲਓ, ਬਚਪਨ ਵਿੱਚ ਜਿਹਦੇ ਵਿੱਚ ਸਤਿਗੁਰ ਆਰਾਮ ਕਰਦੇ ਸੀ। ਆਖਣ ਲੱਗੇ, ਪਟਨੇ ਵਾਲਿਓ ਬਹੁਤਾ ਕੁਝ ਤੇ ਤੁਸੀਂ ਸੰਭਾਲ ਨਹੀਂ ਸਕਦੇ, ਆ ਝੂਲਾ ਤੁਹਾਨੂੰ ਦੇ ਕੇ ਚੱਲੇ ਆ ਪੰਗੂੜਾ, ਇਹਨੂੰ ਸੰਭਾਲ ਕੇ ਰੱਖਿਓ। ਜਦ ਵੀ ਕਦੇ ਸਾਨੂੰ ਮਿਲਣ ਦੀ ਤਾਂਘ ਹੋਵੇ, ਇਹਦੇ ਦੀਦਾਰ ਕਰ ਲਿਓ। ਗੁਰੂ ਦਾ ਤੇ ਬਚਨ ਹੁੰਦਾ ਹੈ, ਵਸਤੂਆਂ ਦੀ ਗੱਲ ਨਹੀਂ। ਪਟਨੇ ਦੀਆਂ ਸੰਗਤਾਂ ਨੇ ਸਤਿਗੁਰਾਂ ਦਾ ਪੰਗੂੜਾ ਸੰਭਾਲਿਆ। ਅੱਜ ਵੀ ਤਖਤ ਸ੍ਰੀ ਹਰਮੰਦਰ ਜੀ ਸੰਗਤਾਂ ਪੰਗੂੜਾ ਸਾਹਿਬ ਦੇ ਦੀਦਾਰ ਕਰਦੀਆਂ। ਮਹਾਰਾਜ ਨੇ ਇਹ ਬਚਨ ਆਖ ਦਿੱਤੇ, ਸਤਿਗੁਰਾਂ ਦੇ ਸਾਥੀ ਰੋ ਰਹੇ, ਜਿੱਦ ਕਰਦੇ ਨੇ ਆਪਣੇ ਮਾਤਾ ਪਿਤਾ ਦੇ ਨਾਲ ਅਸੀਂ ਨਾਲ ਜਾਣਾ। ਉਹ ਇੱਕੋ ਗੱਲ ਸਮਝਾਉਂਦੇ ਨੇ, ਪੁੱਤਰੋ ਨਾਲ ਭੇਜ ਦਿੰਦੇ ਤਾਂ ਜੇ ਇਹਨਾਂ ਕਦੇ ਮੁੜ ਕੇ ਆਉਣਾ ਹੁੰਦਾ, ਇਹਨਾਂ ਕਦੇ ਮੁੜ ਕੇ ਆਉਣਾ ਹੀ ਨਹੀਂ। ਸ੍ਰੀ ਗੁਰੂ ਤੇਗ ਬਹਾਦਰ ਨੰਦਨ
ਬੈਠਾਰੇ ਕਰ ਸੇਖਨ ਬੰਧਨ। ਇੱਥੋਂ ਪਟਨਾ ਸਾਹਿਬ ਤੋਂ ਸਤਿਗੁਰਾਂ ਨੇ ਵਿਦਾਇਗੀ ਲਈ। ਕਵੀ ਜੀ ਕਹਿੰਦੇ ਜੇ ਮੈਂ ਸਾਰਾ ਹਾਲ ਪੇਸ਼ ਕਰਾਂ ਤੇ ਗ੍ਰੰਥ ਵਧਣ ਦਾ ਡਰ ਹੈ। ਭੁੱਬਾਂ ਵੱਜੀਆਂ ਸਾਰੇ ਸ਼ਹਿਰ ਵਿੱਚ, ਕਈ ਦਿਨ ਖਾਣਾ ਨਹੀਂ ਪੱਕਿਆ। ਹਿੰਦੂ, ਸਿੱਖ, ਮੁਸਲਮਾਨ, ਉਦੋਂ ਇਹੀ ਭਾਈਚਾਰੇ ਜ਼ਿਆਦਾ ਸੀ। ਬੜਾ ਵੈਰਾਗ ਹੋਇਆ, ਰੋਕਦੇ ਸੀ ਰਸਤੇ ਸਤਿਗੁਰਾਂ ਦੇ, ਮਹਾਰਾਜ ਜਾਓ ਨਾ। ਪਰ ਦਸ਼ਮੇਸ਼ ਪਿਤਾ ਜੀ ਪਾਲਕੀ 'ਚ ਸਵਾਰ ਹੋਏ। ਮਾਤਾ ਗੁਜਰ ਕੌਰ ਜੀ, ਮਾਮਾ ਕਿਰਪਾਲ ਚੰਦ ਜੀ, ਦਾਦੀ ਨਾਨਕੀ ਜੀ, ਬਾਕੀ ਪੰਜਾਬ ਦੀਆਂ ਸਿੱਖ ਸੰਗਤਾਂ ਅੱਜ ਸਾਰੀਆਂ ਵਿਦਾਇਗੀ ਲੈ ਕੇ ਚੱਲੀਆਂ। ਰਾਣੀ ਮੈਣੀ ਤੇ ਰਾਜਾ ਫਤਿਹ ਚੰਦ ਬੜਾ ਵੈਰਾਗ ਕਰਦਾ ਹੈ, ਜਿਨ੍ਹਾਂ ਦੇ ਪ੍ਰਸੰਗਾਂ ਨੂੰ ਆਪ ਜੀ ਨੇ ਆਮ ਤੌਰ ਤੇ ਬੜੀ ਵਾਰ ਸੁਣਿਆ ਹੋਇਆ। ਅੱਜ ਮੇਰੇ ਬਾਲਾ ਪ੍ਰੀਤਮ ਦਸ਼ਮੇਸ਼ ਸਤਿਗੁਰ ਜੀ ਸਾਰੀਆਂ ਸੰਗਤਾਂ ਨੂੰ ਪਿਆਰ ਦੀਆਂ ਅਸੀਸਾਂ ਬਖਸ਼ ਕੇ ਜਦੋਂ ਚੱਲੇ ਮਥੁਰਾ, ਪ੍ਰਾਗ, ਇਹ ਸਾਰੇ ਇਲਾਕਿਆਂ ਨੂੰ ਪਾਰ ਕਰਦੇ ਕਰਦੇ ਕਵੀ ਜੀ ਕਹਿੰਦੇ ਕਾਂਸ਼ੀ ਦੀ ਧਰਤੀ ਤੇ ਆ ਗਏ, ਜਿਹਨੂੰ ਸ਼ਿਵਪੁਰੀ ਕਿਹਾ ਜਾਂਦਾ ਹੈ, ਵਾਰਾਣਸੀ, ਬਨਾਰਸ। ਅੱਜ ਉਸ ਇਲਾਕੇ ਵਿੱਚ ਦਸ਼ਮੇਸ਼ ਪਿਤਾ ਜਦੋਂ ਆਏ, ਇੱਥੋਂ ਦੀਆਂ ਸੰਗਤਾਂ ਨੂੰ ਪਤਾ ਲੱਗਿਆ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਿੱਖੀ ਸਾਰਾ ਕਿਤੇ ਹੀ ਹੈ। ਪਟਨਾ ਸਾਹਿਬ ਆਉਂਦੇ ਗੁਰੂ ਤੇਗ ਬਹਾਦਰ ਪਾਤਸ਼ਾਹ ਕਾਂਸ਼ੀ ਹੋ ਕੇ ਆਏ ਤੇ ਸੰਗਤਾਂ ਬੜੇ ਪਿਆਰ ਵਾਲੀਆਂ ਸੀ। ਜਦੋਂ ਸਾਰਿਆਂ ਨੂੰ ਪਤਾ ਲੱਗਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੁਪੁੱਤਰ ਆਏ ਨੇ, ਉਹ ਭੱਜੇ ਦੌੜੇ ਆਉਂਦੇ ਨੇ। ਸਕਲ ਪੁਰੀ ਮਹਿ ਸੁਧ ਹੋਏ ਆਈ, ਦਰਸ਼ਨ ਹਿਤ ਸੰਗਤ ਉਮਟਾਈ। ਹੁਣ ਸਤਿਗੁਰਾਂ ਦੇ ਦਰਸ਼ਨ ਦੀਦਾਰਾਂ ਦੇ ਵਾਸਤੇ ਸੰਗਤਾਂ ਦੇ ਵਿੱਚ ਭੀੜ ਬਹੁਤ ਹੈ। ਬੜੇ ਪਿਆਰ ਨਾਲ ਸੰਗਤਾਂ ਚੱਲੀਆਂ, ਪਿੰਡਾਂ ਦੀਆਂ, ਸ਼ਹਿਰਾਂ ਦੀਆਂ। ਜਦੋਂ ਕਹਿੰਦੇ ਸੰਗਤਾਂ ਦਾ ਇਕੱਠ ਜਾਂਦਾ ਵੇਖਿਆ ਤੇ ਕਾਂਸ਼ੀ ਦੇ ਪੰਡਤਾਂ ਨੂੰ ਫਿਕਰ ਪੈ ਗਿਆ ਵੀ ਲੱਗਦਾ ਜ਼ਰੂਰ ਕੋਈ ਮਾਇਆ ਧਾਰੀ ਆਇਆ ਜਿਹੜੇ ਲੋਕ ਭੱਜੇ ਜਾਂਦੇ। ਆਖੋ ਸਤਨਾਮ। ਹੁਣ ਪੰਡਤਾਂ ਨੂੰ ਫਿਕਰ ਤੇ ਮਾਇਆ ਦਾ ਹੀ ਹੈ ਨਾ, ਖੀਰ ਪੂੜਿਆਂ ਦਾ ਹੀ ਹੈ। ਪੰਡਤ ਲੋਕਾਂ ਨੇ ਕਿਸੇ ਨੂੰ ਪੁੱਛਿਆ ਇਹ ਲੋਕ ਇੱਧਰ ਕਿੱਧਰ ਤੁਰੇ ਜਾ ਰਹੇ ਨੇ। ਜਾਣ ਵਾਲਿਆਂ ਨੇ ਦੱਸਿਆ ਦਸ਼ਮੇਸ਼ ਪਿਤਾ ਆਏ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਕਲੌਤੇ ਸੁਪੁੱਤਰ, ਜੋ ਪਹਿਲੀ ਵਾਰ ਸਾਡੇ ਇਲਾਕੇ 'ਚ ਆਏ ਨੇ। ਉਹਨਾਂ ਦੇ ਦੀਦਾਰ ਕਰਨ ਚੱਲੇ ਹਾਂ। ਆਪਸ ਵਿਖੇ ਭੰਨੈ ਨਰ ਨਾਰੀ, ਆਇਓ ਪ੍ਰਥਮ ਗੁਰੂ ਇੱਕ ਬਾਰੀ। ਹੁਣ ਆਪਸ ਵਿੱਚ ਲੋਕ ਗੱਲਾਂ ਕਰਦੇ ਆਉਂਦੇ ਨੇ, ਕਹਿੰਦੇ ਦਸ਼ਮੇਸ਼ ਪਿਤਾ ਦੇ ਦੀਦਾਰ ਤੇ ਆਪਾਂ ਪਹਿਲੀ ਵਾਰ ਕਰ ਰਹੇ ਹਾਂ, ਪਹਿਲੀ ਵਾਰ। ਕਿਉਂਕਿ ਉਹਨਾਂ ਸਮਿਆਂ 'ਚ ਗੁਰਤਾ ਗੱਦੀ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ। ਹੁਣ ਸਤਿਗੁਰਾਂ ਦੇ ਪੁੱਤਰ ਆਏ ਹੁਣ ਤੇ ਸੰਗਤਾਂ ਨੂੰ ਚਾਅ ਨਾ ਹੋਵੇ, ਜਿਨ੍ਹਾਂ ਦਾ ਜ਼ਿਕਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਈ ਵਾਰ ਕੀਤਾ। ਹੁਣ ਆ ਕੇ ਹਰ ਕੋਈ ਦੀਦਾਰ ਕਰਦਾ ਹੈ, ਉਮਰ ਬੜੀ ਛੋਟੀ ਹੈ। ਪਿਆਰ ਵਾਲੇ ਤੇ ਸਮਝਦੇ ਨੇ, ਜਿਹੜੇ ਦਿਮਾਗ ਤੋਂ ਸੋਚਣ ਵਾਲੇ ਸੀ ਉਹਨਾਂ ਦੀ ਸ਼ਰਧਾ ਹੀ ਨਹੀਂ ਬਣਦੀ। ਉਹ ਕਹਿੰਦੇ ਗੁਰੂ ਪੁੱਤਰ ਨੇ, ਉਮਰ ਛੋਟੀ ਹੈ, ਅਜੇ ਬਹੁਤਾ ਕੁਝ ਜਾਣਦੇ ਨਹੀਂ। ਜੇ ਸ਼੍ਰੀ ਤੇਗ ਬਹਾਦਰ ਨਾਮੋ, ਤਿਨ ਕੇ ਇਹ ਨੰਦਰ ਅਭਿਨਾਨੋ। ਕਹਿੰਦੇ ਪੰਡਤ ਪੁੱਛਦੇ ਨੇ ਇਹ ਹੈ ਕੌਣ ਨੇ? ਕਹਿੰਦੇ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਪੁੱਤਰ ਨੇ, ਪਹਿਲੀ ਵਾਰ ਆਏ ਨੇ। ਪੰਡਤ ਕਹਿੰਦੇ ਫਿਰ ਤੇ ਲਾਗ ਲੈਣਾ ਜ਼ਰੂਰ ਬਣਦਾ। ਆਖੋ ਸਤਨਾਮ। ਇੱਥੇ ਜਾਣਾ ਚਾਹੀਦਾ ਨਾ, ਲਾਗੀ ਬਣ ਕੇ ਚੱਲਾਂਗੇ। ਮਹਾਰਾਜ ਪਹਿਲੀ ਵਾਰ ਤੁਹਾਡੇ ਦਰਸ਼ਨ ਕੀਤੇ ਨੇ, ਤੁਸੀਂ ਸਾਡੇ ਇਲਾਕੇ 'ਚ ਆਏ ਹੋ, ਇਨਕਮ ਟੈਕਸ ਦੇ ਦਿਓ। ਆਈ ਹੈ ਨਾ, ਕਿਸੇ ਦੇ ਘਰ ਬੱਚਾ ਜੰਮੇ, ਮੰਗਣ ਵਾਲੇ ਆਉਂਦੇ 5100 ਦੇ ਦਿਓ, 11000 ਦੇ ਦਿਓ, ਦੁਨੀਆ ਤੇ ਆਉਣ ਦਾ ਟੈਕਸ ਦੇ ਦਿਓ। ਪੰਡਤ ਲੋਕ ਵੀ ਕੁਝ ਕਰਦੇ। ਕਹਿੰਦੇ ਚੱਲਦੇ ਆ, ਖੂਬ ਮਾਇਆ ਹੋਏਗੀ। ਕਿੰਨੀਆਂ ਸੰਗਤਾਂ ਚੱਲੀਆਂ ਨੇ, ਸਾਰੇ ਮਾਇਆ ਉਹਨਾਂ ਨੂੰ ਅਰਪਣਗੇ, ਭੇਟਾ ਕਰਨਗੇ। ਤੇ ਆਪਾਂ ਤੇ ਫਿਰ ਜਿੱਦ ਕਰਕੇ ਬੈਠਾਂਗੇ ਨਾ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਸਾਨੂੰ ਕਿੰਨਾ ਕੁਝ ਦੇ ਗਏ ਸੀ ਜਾਂਦੇ ਹੋਏ। ਸੱਚਮੁੱਚ ਸ਼ਾਇਦ ਆਪ ਜੀ ਨੂੰ ਧਿਆਨ ਵਿੱਚ ਹੋਵੇ, ਪੰਡਤਾਂ ਨੇ ਸਤਿਗੁਰਾਂ ਨਾਲ ਚਲਾਕੀ ਕਰਨੀ ਚਾਹੀ ਸੀ ਕਾਂਸ਼ੀ ਵਾਲਿਆਂ ਦੀ, ਪਰ ਸਤਿਗੁਰਾਂ ਨੇ ਇੱਕੋ ਗੱਲ ਆਖੀ ਸੀ, ਕਹਿੰਦੇ ਭਾਈ ਜਿਹੜੇ ਆਪ ਸ਼ਾਂਤ ਨਹੀਂ, ਜਿਨ੍ਹਾਂ ਆਪਣੇ ਕੋਲ ਮੁਕਤੀ ਨਹੀਂ, ਕਿਸੇ ਨੂੰ ਮੁਕਤ ਕਿੱਥੋਂ ਕਰਨਗੇ? ਕਹਿੰਦੇ ਜੀ ਸਰਵੰਸ ਦੇ ਦਿਓ, ਪਦਾਰਥ ਦੇ ਦਿਓ। ਗੁਰੂ ਜੀ ਕਹਿੰਦੇ ਨਹੀਂ ਭਾਈ, ਅਸੀਂ ਤੇ ਦਾਨ ਪੁੰਨ ਕਰਦੇ ਆ ਲੋੜਵੰਦ ਤੇ ਗਰੀਬਾਂ ਨੂੰ, ਤੁਹਾਡੇ ਕੋਲ ਤੇ ਮਾਇਆ ਬੜੀ ਹੈ। ਆਖਰਕਾਰ ਨੇੜੇ ਜੇ ਹੋ ਕੇ ਕਹਿੰਦੇ ਮਹਾਰਾਜ ਜੇ ਤੁਸੀਂ ਨਾ ਦਿੱਤਾ ਤੇ ਇਲਾਕੇ 'ਚ ਇੱਜ਼ਤ ਨਹੀਂ ਰਹਿਣੀ। ਆਖੋ ਸਤਨਾਮ। ਵੀ ਭੱਜੇ ਗਏ ਸੀ ਬੜੇ ਚਾਅ ਨਾਲ, ਕੀ ਲੈ ਕੇ ਆਏ ਹੋ? ਮਰ ਜੀ ਇੱਜ਼ਤ ਤੇ ਰੱਖ ਲਓ ਨਾ, ਫਿਰ ਆਪਣੇ ਬਸਤਰੀ ਦੇ ਦਿਓ। ਸਤਿਗੁਰਾਂ ਨੇ ਫਿਰ ਕਾਂਸ਼ੀ ਦੀ ਗੰਗਾ 'ਚ ਇਸ਼ਨਾਨ ਕੀਤਾ ਤੇ ਬਸਤਰ ਲਾ ਕੇ ਦੇਤੇ, ਰੁਪਈਏ 20-20 30-30 ਦਿੱਤੇ। ਇਹ ਸਾਰੀ ਕਥਾ ਤੁਸੀਂ ਸਰਵਣ ਕੀਤੀ ਹੋਈ ਹੈ ਪਿੱਛੇ।
ਅੱਜ ਉਹ ਪੰਡਤ ਲਾਲਚ ਵਸ ਹੋ ਕੇ ਗੁਰਾਂ ਨੂੰ ਮਿਲਣ ਚੱਲੇ ਨੇ। ਜਿਨ ਕੋ ਦਰਸ਼ਨ ਪੂਰਵੇ ਸਵਾਰਥ ਲੈ ਸ਼ਰਧਾਲੂ ਕਾਰ ਪਦਾਰਥ। ਕਹਿੰਦੇ ਸਤਿਗੁਰਾਂ ਦੇ ਪਹਿਲੀ ਵਾਰ ਦਰਸ਼ਨ ਕਰਨ ਵਾਸਤੇ ਜਿਹੜੇ ਸ਼ਰਧਾਲੂ ਆਏ ਨੇ ਉਹ ਖੂਬ ਮਾਇਆ ਸੋਨਾ ਚਾਂਦੀ ਭੇਟਾ ਕਰ ਰਹੇ ਨੇ, ਵੱਡੇ ਦਿਲ ਨੇ। ਤੇ ਪੰਡਤਾਂ ਨੇ ਸਭ ਕੁਝ ਜਾਂਦਾ ਵੇਖ ਲਿਆ, ਰਸਤੇ 'ਚ ਹੀ ਲੱਗੇ। ਕਹਿੰਦੇ ਵੱਧ ਤਾਰੀਫ ਕਰਨੀ ਹੈ, ਛੋਟੀ ਉਮਰ ਦੇ ਬੱਚੇ ਦੀ ਵੱਧ ਤਾਰੀਫ ਕਰੋਗੇ ਉਹ ਤੋਂ ਜੋ ਮਰਜ਼ੀ ਕਰਵਾ ਲਓ, ਜੋ ਮਰਜ਼ੀ। ਦੁਨੀਆ ਦਾ ਹਰ ਕੰਮ ਕਰਨ ਵਾਸਤੇ, ਹਰ ਮੁਸੀਬਤ ਵਿੱਚ ਉਹ ਨਾਲ ਚੱਲਣ ਨੂੰ ਤਿਆਰ ਹੈ। ਬਚਪਨ ਐਸਾ ਹੈ। ਹੁਣ ਪੰਡਤ ਸੀ ਸਿਆਣੇ, ਕਹਿੰਦੇ ਗੁਰੂ ਪੁੱਤਰ ਉਮਰ ਵਿੱਚ ਛੋਟੇ ਨੇ, ਆਪਾਂ ਤਾਰੀਫਾਂ ਕਰਾਂਗੇ ਜ਼ਿਆਦਾ ਤੇ ਜਿੰਨੀ ਮਾਇਆ ਉਹਨਾਂ ਕੋਲ ਹੋਏਗੀ ਸਾਰੀ ਦੇ ਦੇਣਗੇ, ਸਾਰੀ। ਕਿਉਂਕਿ ਛੋਟੀ ਉਮਰ ਦੇ ਵਿੱਚ ਬੱਚਿਆਂ ਨੂੰ ਮੋਹ ਨਹੀਂ ਹੁੰਦਾ। ਘਰ ਮਹਿ ਚੱਲ ਕਰ ਨਵ ਨਿਧ ਆਈ ਹੋਏ ਕੋ ਭਾਗੀ ਲੈਣ ਨਾ ਜਾਈ। ਕਹਿੰਦੇ ਇੱਧਰ ਕੁਛ ਮਾੜੇ ਕਰਮਾਂ ਵਾਲੇ ਮਸੰਦ ਸੀ, ਉਹ ਭਾਗੇ, ਉਹ ਦਰਸ਼ਨ ਕਰਨ ਆਏ। ਉਹਨਾਂ ਨੂੰ ਖਤਰਾ ਪੈ ਗਿਆ ਵੀ ਗੁਰੂ ਪੁੱਤਰ ਆਏ ਨੇ ਤੇ ਸਾਨੂੰ ਦੇਣਾ ਪੈਣਾ ਕੁਛ। ਸਮਾਜ ਦੀ ਰੀਤ ਹੈ ਨਾ, ਕਿਸੇ ਦੇ ਘਰ ਵਿੱਚ ਬੱਚੇ ਦਾ ਜਨਮ ਹੋਵੇ, ਜੇ ਮਿਲਣ ਵੀ ਚੱਲੇ ਹੋ ਤੇ ਖਾਲੀ ਹੱਥ ਨਹੀਂ ਜਾ ਸਕਦੇ। ਕਹਿੰਦੇ ਗੁਰੂ ਸਪੁੱਤਰ ਨੇ ਬੜਾ ਕੁਝ ਆਪਾਂ ਗੁਰੂ ਘਰ ਚੋਂ ਇਕੱਠਾ ਕੀਤਾ ਹੈ, ਜੇ ਆਪਾਂ ਖਾਲੀ ਹੱਥ ਚਲੇ ਗਏ ਮਿਲਣਾ ਤੇ ਕੁਛ ਨਹੀਂ, ਗਵਾਉਣਾ ਹੀ ਪੈਣਾ। ਇਸ ਕਰਕੇ ਮਾੜੀਆਂ ਕਿਸਮਤਾਂ ਵਾਲੇ ਗਏ ਕੋਈ ਨਾ, ਪਰ ਪ੍ਰੇਮ ਵਾਲੇ ਲਾਈਨਾਂ ਲਾ ਕੇ ਖੜ ਗਏ। ਹਿਮ ਕਹਿ ਲੈ ਲੈ ਕਰ ਉਪਹਾਰ ਮਿਲ ਕਰ ਚਲੇ ਬ੍ਰਿੰਦ ਨਰ ਨਾਰ। ਕਹਿੰਦੇ ਬੜੀਆਂ ਸੰਗਤਾਂ ਦੀ ਭੀੜ ਸਤਿਗੁਰਾਂ ਦੇ ਦਰ ਤੇ ਆ। ਗੋਬਿੰਦ ਰਾਏ ਜੀ ਬੜੇ ਪਿਆਰ ਨਾਲ ਸਭ ਨੂੰ ਮਿਲਦੇ ਨੇ, ਸੋਹਣੇ ਪਲੰਘੇ ਤੇ ਸਜਾਏ ਗੁਰੂ ਸਾਹਿਬ ਬੈਠੇ। ਮਾਤਾ ਗੁਜਰ ਕੌਰ ਜੀ ਸੰਗਤ ਵਿੱਚ ਬੈਠੇ ਨੇ, ਆਮ ਸੰਗਤ ਵਿੱਚ। ਹੁਣ ਗੋਬਿੰਦ ਰਾਏ ਜੀ ਸਾਰੀਆਂ ਸੰਗਤਾਂ ਨੂੰ ਗੁਰੂ ਸਾਹਿਬ ਦੀ ਤਰ੍ਹਾਂ ਹੀ ਮਿਲ ਰਹੇ, ਕਿਉਂਕਿ ਬਚਨ ਤੇ ਇਹਨਾਂ ਦੇ ਵੀ ਸੱਚੇ। ਇਹ ਆਪ ਪਰਮਾਤਮਾ ਨੇ ਪਰਮੇਸ਼ਰ ਦਾ ਰੂਪ ਧਰਤੀ ਤੇ ਆਏ ਹੋਏ ਨੇ। ਗੁਰਤਾ ਗੱਦੀ ਤੇ ਛੇਤੀ ਇਹਨਾਂ ਸੁਭਾਏ ਮਨ ਹੋ ਜਾਣਾ। ਜਿਹੜਾ ਵੀ ਸਤਿਗੁਰਾਂ ਦੇ ਦੀਦਾਰ ਕਰਦਾ ਉਹ ਬਲਿਹਾਰ ਜਾਂਦਾ ਏ। ਆਨ ਹਜ਼ਾਰ ਹੋ ਦਰਸ਼ਨ ਕਰੈ ਭਾਂਤ ਭਾਂਤ ਕੀ ਭੇਟਨ ਧਰੈ। ਕਹਿੰਦੇ ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਦੇ ਢੇਰ ਲੱਗ ਕੇ ਗੋਬਿੰਦ ਰਾਏ ਜੀ ਮਾਇਆ ਵੱਲ ਵੇਖ ਰਹੇ ਨੇ। ਕਿਉਂ? ਸਤਿਗੁਰ ਜਾਣਦੇ ਨੇ ਵੀ ਮਾਇਆ ਜੇ ਘੱਟ ਹੈ, ਮਾਇਆ ਦੇ ਵਪਾਰੀ ਪਹਿਲਾਂ ਆ ਗਏ। ਆਖੋ ਸਤਿਨਾਮ। ਅਜੇ ਤੇ ਢੇਰ ਐਡਾ ਨਹੀਂ ਲੱਗਿਆ ਜਿਹਨੇ ਮੰਗਣ ਵਾਲੇ ਪਹੁੰਚ ਗਏ। ਕਹਿੰਦੇ ਪੰਡਤ ਵੀ ਪਿੱਛੇ ਬੈਠੇ ਨੇ ਲਾਈਨ ਦੇ ਵਿੱਚ, ਉਹ ਵੀ ਸੋਚਦੇ ਨੇ ਵੀ ਜਦੋਂ ਸੰਗਤ ਇੱਧਰ ਉੱਧਰ ਹੋ ਜੇ ਆਪਾਂ ਫੇਰ ਜਾਵਾਂਗੇ, ਸਾਹਮਣੇ ਨਹੀਂ ਜਾਣਾ। ਕੀ ਪਤਾ ਕਿਦਾਂ ਦਾ ਸੁਭਾਅ, ਕੀ ਬੋਲਦੇ। ਉਮਰ ਛੋਟੀ ਹੈ, ਆਪਾਂ ਬਾਅਦ ਵਿੱਚੋਂ ਜਾ ਕੇ ਇਹਨਾਂ ਦੀ ਆਓ ਭਗਤ ਕਰਾਂਗੇ। ਮੂਰਤ ਅਲਪ ਸਲੋਨੀ ਦੇਖ ਸ਼ੁਭ ਗੁਣ ਮਹਿ ਸਭ ਹੁਨ ਵਿਸ਼ੇਸ਼। ਹੁਣ ਕਈ ਸਿੱਖ ਪਹਿਲੀ ਵਾਰ ਜਿਨ੍ਹਾਂ ਨੇ ਸਤਿਗੁਰਾਂ ਨੂੰ ਵੇਖਿਆ ਉਹ ਜਾਣ ਗਏ ਨੇ, ਸਮਝ ਗਏ ਨੇ। ਕਵੀ ਜੀ ਕਹਿੰਦੇ ਸਲੋਨੀ ਨੇਤਰਾਂ ਵਾਲੇ। ਗੋਬਿੰਦ ਰਾਏ ਜੀ ਅੱਖ ਭਰ ਕੇ ਜਿਹਦੇ ਵੱਲ ਵੇਖ ਲੈਂਦੇ ਉਹਦਾ ਮਨ ਹੀ ਮੋਹ ਲੈਂਦੇ। ਹੁਣ ਇਹ ਤੇ ਵਿਸ਼ਵਾਸ ਹੋ ਗਿਆ ਵੀ ਸਤਿਗੁਰਾਂ ਦੇ ਗੁਣ ਇਹਨਾਂ ਦੇ ਵਿੱਚ ਆਮ ਦਿਸ ਰਹੇ ਨੇ। ਕਰਹਿ ਸਰਹਾਨ ਆਪ ਸਮਾਹੀ ਇਹ ਗੁਰ ਜੋਦਾ ਬਨੇ ਮਾਹੀ। ਬੈ ਕੇ ਸੰਗਤਾਂ ਸਲਾਹੁਤਾ ਕਰਦੀਆਂ ਨੇ, ਇਹ ਪੂਰਨ ਜੋਧੇ ਨੇ, ਇਹ ਆਪ ਪਰਮਾਤਮਾ ਨੇ। ਵੇਖੋ ਇਹਨਾਂ ਦੇ ਕੋਲ ਬਹਿ ਕੇ ਕਿੰਨੀ ਸ਼ਾਂਤੀ ਮਿਲਦੀ, ਇਹਨਾਂ ਦੇ ਬਚਨਾਂ 'ਚ ਕਿੰਨੀ ਸੱਤਿਆ ਹੈ। ਤੇ ਪੰਡਤ ਵੀ ਸੁਣ ਰਹੇ ਨੇ ਪਿੱਛੇ, ਕਹਿੰਦੇ ਭਾਈ ਗੱਲਾਂ ਤੇ ਸੱਚੀਆਂ ਨੇ, ਪਰ ਆਪਾਂ ਤੇ ਤਾਂ ਵੀ ਕਹਿਣੀਆਂ ਸੀ ਜੇ ਨਾ ਵੀ ਹੁੰਦੀਆਂ। ਆਖੋ ਸਤਿਨਾਮ। ਲਾਗੀਆਂ ਦਾ ਕੰਮ ਕੀ ਹੁੰਦਾ ਹੈ? ਚਾਹੇ ਮਨੁੱਖ ਕਿੰਨਾ ਵੀ ਮਾੜਾ ਹੋਵੇ ਤੇ ਕਿੰਨਾ ਵੀ ਚੰਗਾ ਹੋਵੇ, ਇਹਨਾਂ ਨੇ ਤੇ ਤਾਰੀਫਾਂ ਹੀ ਕਰਨੀਆਂ ਹੁੰਦੀਆਂ। ਇਹ ਤੇ ਬੜਾ ਮਹਾਨ ਹੈ। ਪੰਡਤ ਕਹਿੰਦੇ ਭਾਈ ਇਹ ਸੰਗਤਾਂ ਨੇ ਪਿਆਰ ਵਾਲੀਆਂ, ਪਰ ਲੱਗਦਾ ਹੈ ਗੁਰੂ ਸਾਹਿਬ ਵੱਲ ਵੇਖ ਕੇ ਵੀ ਦਾਨੀ ਸੁਭਾਅ ਦੇ। ਉਹ ਆਪਣੇ ਬੈਠੇ ਉੱਥੇ ਅੰਦਾਜ਼ੇ ਲਾ ਰਹੇ ਨੇ, ਸਿਆਣੇ ਪੜ੍ਹੇ ਲਿਖੇ ਨੇ। ਕਹਿੰਦੇ ਲੱਗਦਾ ਇਹਨਾਂ ਦੇ ਮੱਥੇ ਤੋਂ ਇਹ ਬੜੇ ਦਾਨੀ ਪੁਰਸ਼ ਹੋਣਗੇ। ਮਹਾ ਪ੍ਰਤਾਪਵੰਤ ਮੁਖ ਦੀਪੈ ਕਿਉਂ ਨਾ ਸ਼੍ਰੇ ਹੋਏ ਜੋ ਇਨ ਜਪੈ। ਹੁਣ ਪੰਡਤ ਕਹਿੰਦੇ ਆਪਾਂ ਜਾ ਕੇ ਗੁਰੂ ਨੂੰ ਕਵਾਂਗੇ ਮਹਾਰਾਜ ਤੁਸੀਂ ਸਾਡੀ ਸੇਵਾ ਕਰੋ, ਅਸੀਂ ਤੁਹਾਨੂੰ ਮੁਕਤ ਕਰ ਦਿਆਂਗੇ। ਲਓ ਜੀ ਕੀ ਕਰੀਏ? ਪੰਡਤ ਕਹਿੰਦੇ ਨੇ ਕਹਿੰਦੇ ਆਪਾਂ ਜਾ ਕੇ ਕਹਿਣਾ ਮਹਾਰਾਜ ਸਾਨੂੰ ਤੁਸੀਂ ਦਸਬੰਧ ਦੇ ਦਿਓ, ਮਾਇਆ ਦੇ ਦਿਓ, ਜਿੰਨੀ ਸੇਵਾ ਸਾਡੀ ਤੁਸੀਂ ਕਰ ਸਕਦੇ ਹੋ ਤੇ ਮਹਾਰਾਜ ਉਨੀ ਤੁਹਾਡੀ ਤਰੱਕੀ ਹੋਏਗੀ, ਚੜ੍ਹਦੀ ਕਲਾ ਹੋਏਗੀ। ਮਾਫ ਕਰਿਓ ਜੀ,
ਪੰਡਤਾਂ ਤੇ ਪਖੰਡੀਆਂ ਨੂੰ ਦਾਨ ਕੀਤੀਆਂ ਕਦੇ ਤਰੱਕੀਆਂ ਨਹੀਂ ਹੁੰਦੀਆਂ, ਤਰੱਕੀਆਂ ਹੁੰਦੀਆਂ ਰੁਕ ਜ਼ਰੂਰ ਜਾਂਦੀਆਂ। ਆਖੋ ਸਤਿਨਾਮ। ਜਦੋਂ ਮਾਇਆ ਚੰਗੇ ਪਾਸੇ ਜਾਣ ਦੀ ਬਜਾਏ ਗਲਤ ਪਾਸੇ ਜਾਣ ਲੱਗ ਗਈ, ਤਰੱਕੀ ਕਿਹੜੇ ਪਾਸੇ ਤੋਂ? ਤਰੱਕੀ ਜੇ ਕਰਮਾਂ ਵਿੱਚ ਲਿਖੀ ਤੇ ਹੋ ਜਾਣੀ ਹੈ, ਜੇ ਨਹੀਂ ਲਿਖੀ ਤੇ ਕੋਈ ਨਹੀਂ ਕਰ ਸਕਦਾ। ਕਹਿੰਦੇ ਆਪਾਂ ਜਾ ਕੇ ਗੁਰੂ ਸਪੁੱਤਰ ਨੇ ਕਹਿ ਦਿਆਂਗੇ ਮਹਾਰਾਜ ਵੱਡੀਆਂ ਤਰੱਕੀਆਂ ਕਰੋਗੇ, ਰਾਜੇ ਮਹਾਰਾਜੇ ਮੱਥੇ ਟੇਕਣਗੇ। ਕਹਿਣ ਦੀਆਂ ਗੱਲਾਂ ਤੇ ਸਭ ਨੂੰ ਹੀ ਕਹਿੰਦੇ ਹੁੰਦੇ, ਕਹਿੰਦੇ ਖੁਸ਼ ਹੋ ਜਾਣਗੇ। ਸਾਨੂੰ ਪੁੱਛਣਗੇ ਦੱਸੋ ਪੰਡਤ ਜੀ ਕੀ ਦਈਏ? ਕਹਿੰਦੇ ਫੇਰ ਆਪਾਂ ਆਪਣੀ ਭੇਟਾ ਉੱਥੇ ਲਾਵਾਂਗੇ, ਸਾਨੂੰ ਇੰਨੀ ਮਾਇਆ ਚਾਹੀਦੀ ਹੈ। ਇੱਕ ਆਵਤ ਇੱਕ ਜਾਤ ਸਦਨ ਕੋ, ਇੱਕ ਦੇਖਤ ਹੈ ਗੁਰੂ ਬਦਨ ਕੋ। ਕਹਿੰਦੇ ਮੱਥਾ ਟੇਕ ਕੇ ਸੰਗਤਾਂ ਕੁਝ ਹਾਜ਼ਰੀ ਭਰਦੀਆਂ, ਕੁਝ ਘਰ ਨੂੰ ਜਾ ਰਹੀਆਂ ਨੇ। ਪੰਡਤਾਂ ਨੇ ਮੱਥਾ ਟੇਕਿਆ ਜਾਣ ਦਾ ਨਾਂ ਹੀ ਨਹੀਂ ਕੋਈ ਲੈਂਦਾ, ਇੱਕ ਪਾਸੇ ਬੈਠੇ ਨੇ ਬਸ ਵੇਖਦੇ ਨੇ। ਕਹਿੰਦੇ ਮਾਇਆ ਤੇ ਖੂਬ ਚੜ ਗਈ। ਹੁਣ ਇਹ ਵੇਖੋ ਵੀ ਸਤਿਗੁਰਾਂ ਦੇ ਸਿੱਖ ਕੀ ਕਰਦੇ। ਕਿਤੇ ਸਿੱਖ ਤੇ ਨਹੀਂ ਮਾਇਆ ਇਕੱਠੀ ਕਰ ਲੈਣਗੇ, ਚਲੋ ਕਰ ਵੀ ਲਈ, ਆਪਾਂ ਗੁਰੂ ਸਾਹਿਬ ਦੇ ਆਸੇ ਪਾਸੇ ਜਾ ਕੇ ਬਹਿ ਜਾਣਾ। ਮਹਾਰਾਜ ਵੱਡਿਆਂ ਭਾਗਾਂ ਵਾਲੇ ਹੋ ਤੁਸੀਂ, ਸ਼ਿਵ ਦੀ ਨਗਰੀ ਚ ਆਏ ਹੋ। ਹੁਣ ਪੰਡਤਾਂ ਕੋਲ ਹੋਰ ਤੇ ਕੁਛ ਹੈ ਨਹੀਂ ਸੀ, ਤਾਰੀਫੇ ਕਰਨੀ ਹੈ ਨਾ, ਵੀ ਕਿਸੇ ਤਰੀਕੇ ਨਾਲ ਕਰ ਲਓ ਤੇ ਹੋ ਸਕਦਾ ਸਾਨੂੰ ਖੁੱਲੀ ਮਾਇਆ ਦੇ ਦੇਣ। ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਵੀ ਆ ਕੇ ਖੁਸ਼ਾਮਦਾਂ ਜੀਆਂ ਕਰਨ ਲੱਗੇ ਤੇ ਮਰਦ ਨੇ ਪਾਸੇ ਕਰਤਾ ਸੀ। ਕਹਿੰਦੇ ਪੰਡਤ ਜੀ ਜੀਵਨ ਵਿੱਚ ਕਮਾ ਕੇ ਖਾਓ, ਚੰਗੇ ਰਾਹ ਚੱਲੋ ਤੇ ਦੁਨੀਆ ਨੂੰ ਚੰਗੇ ਰਾਹ ਪਾਓ। ਮਾਇਆ ਤੇ ਹੱਥਾਂ ਦੀ ਮਹਿਲ ਹੈ, ਇਹ ਤੇ ਕੋਈ ਵੀ ਕੰਮ ਕਰ ਲੋ ਇਕੱਠੀ ਹੋ ਜਾਏਗੀ, ਪਰ ਜੇ ਪਾਪ ਕਰਕੇ ਇਕੱਠੀ ਕਰੋਗੇ ਤੇ ਜਾਣੀ ਨਾਲ ਵੀ ਕੋਈ ਨਹੀਂ। ਆਖੋ ਸਤਨਾਮ। ਪਾਪਾਂ ਵਾਜੋ ਹੋਵੇ ਨਾਹੀ ਮੋਇਆ ਸਾਥ ਨਾ ਜਾਈ। ਪਾਪਾਂ ਤੋਂ ਵੱਧ ਮਾਇਆ ਇਕੱਠੀ ਨਹੀਂ ਹੋ ਸਕਦੀ। ਜ਼ਿਆਦਾ 2 ਨੰਬਰ ਦਾ ਧਨ ਪਾਪ ਕਮਾ ਕੇ ਇਕੱਠਾ ਹੋਣਾ ਤੇ ਨਾਲ ਤੇ ਕਿਸੇ ਦੇ ਵੀ ਨਹੀਂ ਗਿਆ ਅੱਜ ਤੱਕ। ਜਿੰਨੇ ਮਰਜੀ ਦੁਨੀਆ ਤੇ ਆਏ ਤੁਰ ਗਏ ਨੇ, ਖਾਲੀ ਜਾਣਾ ਪੈਂਦਾ। ਹੁਣ ਗੋਬਿੰਦ ਰਾਏ ਜੀ ਨਜ਼ਰ ਭਰ ਕੇ ਪੰਡਤਾਂ ਦੀ ਤਰਫ ਦੇਖਦੇ ਨੇ। ਸੰਧਿਆ ਲੋ ਮੇਲਾ ਬਟ ਹੋਵਾ, ਪਾਵਨ ਗੁਰੂ ਸਰੂਪ ਕੋ ਜੋਵਾ। ਕਹਿੰਦੇ ਸ਼ਾਮ ਦਾ ਵੇਲਾ ਹੋ ਗਿਆ, ਪੰਡਤ ਘਰ ਹੀ ਨਹੀਂ ਜਾ ਰਹੇ। ਲਾਲਚ ਤੇ ਇਹੋ ਜੀ ਚੀਜ਼ ਹੈ, ਬੰਦੇ ਦੇ ਦਿਲ ਵਿੱਚ ਆ ਜੇ ਨਾ, ਬੰਦੇ ਨੂੰ ਦਿਨ ਦਾ ਪਤਾ ਲੱਗੇ ਨਾ ਰਾਤ ਦਾ ਪਤਾ ਲੱਗੇ। ਬੇਖੌਫ ਹੋਇਆ ਬੈਠਾ ਰਹਿੰਦਾ ਹੈ, ਉਮੀਦ ਕੀ ਲਾ ਕੇ। ਹਨੇਰਾ ਪਿਆ, ਸੰਧਿਆ ਦਾ ਵੇਲਾ, ਸੰਗਤਾਂ ਲੰਗਰ ਛਕ ਰਹੀਆਂ ਨੇ, ਅਸੀਸਾਂ ਲੈ ਕੇ ਘਰਾਂ ਨੂੰ ਜਾ ਰਹੀਆਂ। ਮਹਾਰਾਜ ਇੱਥੇ ਰੁਕਿਓ 2-4 ਦਿਨ। ਦਸ਼ਮੇਸ਼ ਪਿਤਾ ਬਹੁਤ ਖੁਸ਼ ਨੇ, ਪਰ ਪੰਡਤਾਂ ਦੇ ਮਨ ਵਿੱਚ ਇੱਕੋ ਗੱਲ ਹੈ, ਜੇ ਸਵੇਰ ਦੀ ਇਕੱਠੀ ਕੀਤੀ ਮਾਇਆ ਮਿਲ ਜੇ ਤੇ ਗੁਰੂ ਮਹਾਨ ਹੋਏਗਾ। ਦੇਗ ਹੇਤ ਸਮਗਰੀ ਆਨੀ, ਚਾਵਰ ਚੋਨ ਕ੍ਰਿਤ ਮਿਸਟਾਨੀ। ਇਹ ਆਗੇ ਮਰਦ ਦੇ ਕੋਲੇ ਮੱਥਾ ਟੇਕ ਕੇ ਪੰਡਤ ਬੈਠੇ। ਸਤਿਗੁਰ ਕਹਿੰਦੇ ਆਓ ਜੀ, ਕਹਿੰਦੇ ਦੇ ਦਿਓ ਕੁਝ। ਮਰਦ ਕਹਿੰਦੇ ਜਾ ਕੇ ਲੰਗਰ ਛਕ ਲੋ। ਆਖੋ ਸਤਨਾਮ। ਲੰਗਰ ਚੱਲਦਾ ਹੈ। ਹੁਣ ਸੰਗਤਾਂ ਨੇ ਰਸਤਾਂ ਇਕੱਠੀਆਂ ਕੀਤੀਆਂ ਨੇ। ਪੰਡਤ ਕਹਿੰਦੇ ਮਹਾਰਾਜ ਇਹ ਨਹੀਂ, ਕੁਝ ਹੋਰ ਚਾਹੀਦਾ ਹੈ। ਗੁਰੂ ਜੀ ਕਹਿੰਦੇ ਭਾਈ ਲੰਗਰ ਵਿੱਚ ਖੀਰ ਵੀ ਬਣੀ ਹੈ, ਮਿੱਠੇ ਪਦਾਰਥ ਵੀ ਬਣੇ, ਹੋਰ ਕੀ ਚਾਹੀਦਾ? ਹੁਣ ਪੰਡਤ ਸਿੱਧੀ ਗੱਲ ਕਰਨੀ ਚਾਹੁੰਦੇ ਸੀ, ਪਰ ਮਨ ਵਿੱਚ ਖੌਫ ਖਾ ਗਏ ਵੀ ਜਿਹੜੇ ਹੁਣ ਸਾਨੂੰ ਸਵਾਲ ਕਰਦੇ ਤੇਜ ਵੀ ਬਹੁਤ ਹੋਣ ਲੱਗੇ। ਕਹਿੰਦੇ ਠੀਕ ਹੈ ਮਹਾਰਾਜ ਆਰਾਮ ਕਰੋ, ਆਪਾਂ ਸਵੇਰੇ ਮਿਲਦੇ ਆਂ। ਚੇਤਿਕ ਖਰਚ ਖਾਨ ਹਿਤ ਜਾਨਾ, ਸ਼ੁਭ ਵਸਤਨ ਕੋ ਗਨਤ ਹੈ ਆਨਾ। ਇੱਥੋਂ ਦੀਆਂ ਸੰਗਤਾਂ ਨੇ ਤੇ ਬੜਾ ਪਿਆਰ ਜਤਾਇਆ, ਬੜੀ ਪ੍ਰੀਤ ਕੀਤੀ। ਰੱਜ ਗਈਆਂ ਸੰਗਤਾਂ ਪ੍ਰੇਮ ਨਾਲ। ਪੰਡਤ ਨਹੀਂ ਰੱਜੇ, ਕਿਉਂਕਿ ਲਾਲਚੀ ਬੰਦੇ ਦਾ ਨਾ ਕੋਈ ਦੀਨ ਹੁੰਦਾ, ਨਾ ਈਮਾਨ ਹੁੰਦਾ, ਨਾ ਧਰਮ ਹੁੰਦਾ, ਨਾ ਉਹਦਾ ਕੋਈ ਆਪਣਾ ਹੁੰਦਾ। ਆਖੋ ਸਤਨਾਮ। ਉਹਦਾ ਇੱਕ ਪੈਸਾ ਹੀ ਆਪਣਾ ਹੁੰਦਾ, ਇੱਕ ਮਕਸਦ ਹੀ ਆਪਣਾ ਉਹਦਾ ਹੁੰਦਾ, ਹੋਰ ਹੁੰਦਾ ਹੀ ਕੁਝ ਨਹੀਂ। ਪੰਡਤਾਂ ਨੂੰ ਸਾਰੀ ਰਾਤ ਨੀਂਦ ਨਾ ਆਈ। ਸਵੇਰ ਹੁੰਦੇ ਆ ਫਿਰ ਇਸੇ ਫਿਰਾਕ ਦੇ ਵਿੱਚ ਕਹਿੰਦੇ ਹੁਣ ਕੱਲੇ ਕੱਲੇ ਨਹੀਂ ਜਾਣਾ, ਆਪਾਂ ਗੁਰੂ ਕੋਲ ਜਾਂਦੇ ਆ 15-20 ਇਕੱਠੇ ਹੋ ਕੇ। ਜਿਵੇਂ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੀ ਮਿੰਨਤ ਤਰਲਾ ਕੀਤਾ, ਇਸੇ ਪ੍ਰਕਾਰ ਇਹਨਾਂ ਨੂੰ ਮਨਾਉਣਾ ਏ। ਬਿਦ ਬੇਦਨ ਕੇ ਬਨੇ ਆਹਾਰਾ, ਪਾਇਸ ਮਹਿ ਮੇਵਾ ਕਨ ਡਰ। ਅੱਜ ਅੰਮ੍ਰਿਤ ਵੇਲੇ ਦਾ ਸਮਾਂ, ਦਰਬਾਰ ਸੱਜਣ ਤੋਂ ਬਾਅਦ ਗੁਰੂ ਕੇ ਲੰਗਰ ਬਣੇ ਨੇ। ਕਹਿੰਦੇ ਸਤਿਗੁਰਾਂ ਦੇ ਦਰਬਾਰ 'ਚ ਖੀਰ ਬਣੀ ਹੋਈ ਹੈ ਲੰਗਰਾਂ 'ਚ। ਪੰਡਤ ਆ ਕੇ ਮੱਥਾ ਟੇਕ। ਮਹਾਰਾਜ ਕਹਿੰਦੇ ਸਿੱਖੋ, ਕਹਿੰਦੇ ਹਾਂਜੀ। ਗੁਰੂ ਜੀ ਕਹਿੰਦੇ ਭਾਈ ਖੀਰ 'ਚ ਮੇਵੇ ਵੱਧ ਪਾ ਦਿਓ। ਆਖੋ ਸਤਨਾਮ। ਹੁਣ ਪੰਡਤਾਂ ਨੂੰ ਖੀਰ ਕਿੱਥੇ ਪਾਉਂਦੀ ਹੈ? ਕਿਹੜੀਆਂ ਖੀਰਾਂ ਦੀ ਗੱਲ ਕਰਦੇ ਨੇ? ਪੰਡਤ ਚਾਹੁੰਦੇ ਨੇ ਮਾਇਆ ਦੇਣ, ਧਨ ਦੌਲਤ ਪਦਾਰਥ ਦੇਣ, ਜੋ ਇਹਨਾਂ ਕੋਲ ਕੀਮਤੀ ਵਸਤੂਆਂ ਦਿਸਦੀਆਂ ਨੇ। ਪਰ ਗੁਰੂ ਸਾਹਿਬ ਵਿਖਾਉਣਾ ਚਾਹੁੰਦੇ ਸੀ ਕਾਂਸ਼ੀ ਦੀਆਂ ਸੰਗਤਾਂ ਨੂੰ
ਉਹ ਜਿਨ੍ਹਾਂ ਪਿੱਛੇ ਤੁਰੇ ਫਿਰਦੇ ਓਏ ਉਹਨਾਂ ਦੀ ਨਜ਼ਰ ਤੁਹਾਡੀ ਜੇਬ ਤੇ। ਅੱਜ ਹਰ ਕੋਈ ਬੰਦੇ ਵੱਲ ਵੇਖਦਾ। ਬੜੇ ਜੋਤਸ਼ੀ ਫਿਰਨਗੇ ਜੀ, ਹੱਥ ਵਿਖਾ ਦਿਓ, ਕਿਸਮਤ ਦੀਆਂ ਲਕੀਰਾਂ ਦੱਸਦੇ ਨੇ। ਕਦੇ ਬਾਂਦਰ ਤੇ ਬੰਦੇ ਦਾ ਹੱਥ ਵੇਖ ਲਿਓ, ਸੇਮ ਹੀ ਲਕੀਰਾਂ ਸੇਮ। ਜੋ ਆਪਣੇ ਨੇ ਨਾ ਉਹੀ ਉਹਨਾਂ ਦੇ, ਜੋ ਆਪਣੇ ਮੱਥੇ ਤੇ ਨੇ ਵਾਲ ਝਾੜ ਕੇ ਵੇਖੋ ਉਹਨਾਂ ਦੇ ਵੀ ਨੇ, ਸਾਰਾ ਕੁਝ ਸਭ ਕੁਝ ਸੇਮ ਹੈ। ਪਰ ਫਰਕ ਇਹ ਨਹੀਂ ਹੈ ਵੀ ਬੰਦੇ ਦੇ ਜੇਬ ਲੱਗੀ ਤੇ ਬਾਂਦਰ ਕੋਲ ਮਾਇਆ ਨਹੀਂ। ਆਖੋ ਸਤਨਾਮ। ਜੇਬ ਕਰਕੇ ਸਾਰੇ ਕੋਲ ਆਉਂਦੇ ਨੇ, ਮਾਇਆ ਕਰਕੇ ਤੇਰੀ ਕਿਸਮਤ ਬਦਲ ਦੇਾਂਗੇ, ਤੈਨੂੰ ਵਿਦੇਸ਼ ਭੇਜ ਦੇਾਂਗੇ, ਤੇਰਾ ਵਿਆਹ ਕਰ ਦੇਾਂਗੇ। ਜਿਹੜਾ ਦੂਜੇ ਨੂੰ ਵਿਦੇਸ਼ ਦੀਆਂ ਗੱਲਾਂ ਕਰਦਾ, ਆਪ ਘਰੇ ਬੈਠਾ ਭੁੱਖਾ ਮਰਦਾ। ਆਪ ਤੇ ਕਦੇ ਮੋਹਾਲੀ ਤੋਂ ਬਾਹਰ ਨਹੀਂ ਗਿਆ ਤੇ ਦੂਜੇ ਨੂੰ ਕਹਿੰਦਾ ਕੈਨੇਡਾ ਭੇਜ ਦਿਆਂਗੇ। ਲਾਲਚ, ਮਾਇਆ, ਧਰਮ ਦੇ ਨਾਂ ਤੇ ਪਖੰਡ ਕਰਕੇ ਲੁੱਟ ਲੈਣਾ। ਕਹਿੰਦੇ ਉਹ ਪਖੰਡੀ ਅੱਜ ਉਹਨਾਂ ਕੋਲ ਆ ਗਏ ਜਿਨ੍ਹਾਂ ਨੇ ਪਖੰਡ ਦੀਆਂ ਜੜਾਂ ਵੱਢੀਆਂ। ਆਖੋ ਸਤਨਾਮ। ਸੋਚਦੇ ਉਮਰ ਛੋਟੀ ਹੈ, ਲੁੱਟ ਲਵਾਂਗੇ ਨਾ, ਗੱਲਾਂ ਵਿੱਚ ਆ ਜਾਣਗੇ। ਮਨ ਭਾਵਤ ਕਰ ਥਾਰ ਭਰਿਓ ਹੈ, ਸਤਿਗੁਰ ਅਚਵਨ ਤਬਹਿ ਕਰਿਓ ਹੈ। ਸਤਿਗੁਰ ਜੀ ਆਪ ਚੱਲ ਕੇ ਲੰਗਰ ਵਿੱਚ ਆਏ, ਸੰਗਤਾਂ ਵਿੱਚ ਬਹਿ ਕੇ ਭੋਜਨ ਛਕਿਆ। ਆਏ ਪੰਡਤਾਂ ਨੂੰ ਵੀ ਛਕਾ ਦਿੱਤਾ, ਪਰ ਪੰਡਤਾਂ ਦਾ ਚਿੱਤ ਜਾ ਨਹੀਂ ਲੱਗਦਾ ਲੰਗਰ 'ਚ। ਜਿਸ ਬੰਦੇ ਦੀ ਪ੍ਰੀਤ ਹੀ ਮਾਇਆ ਨਾਲ ਹੋਵੇ, ਉਹਨੇ ਪਦਾਰਥਾਂ ਤੋਂ ਕੀ ਲੈਣਾ ਹੈ, ਖਾਣ ਪੀਣ ਤੋਂ ਉਹਨੇ ਕੀ ਲੈਣਾ ਹੈ। ਸਤਿਗੁਰ ਫੇਰ ਦਰਬਾਰ ਵਿੱਚ ਆਏ, ਪੰਡਤ ਕੋਲ ਬੈਠੇ, ਕਹਿੰਦੇ ਮਹਾਰਾਜ ਦਾਨ ਦੇ ਦਿਓ, ਦਾਨ। ਮੇਰੇ ਸਤਿਗੁਰ ਤੇ ਕਹਿੰਦੇ ਦਾਨ ਦਿਓ ਉਨਹੀ ਕੋ ਭਲੋ, ਔਰ ਕੋ ਦਾਨ ਸੁਹਾਤ ਨਾ ਜੀ ਕੋ। ਦਾਨ ਦਿੱਤਾ ਤੇ ਸਿੱਖ ਦਾ ਸਿੱਖ ਨੂੰ ਹੀ ਲੱਗਣਾ ਹੈ, ਕਿਸੇ ਹੋਰ ਨੂੰ ਨਹੀਂ। ਜਾਂ ਲੋੜਵੰਦ ਨੂੰ ਲੱਗੇਗਾ ਜਾਂ ਗਰੀਬ ਨੂੰ ਲੱਗਣਾ ਹੈ। ਜਿਹੜਾ ਪਹਿਲੇ ਜੇਬਾਂ ਭਰੀ ਫਿਰਦਾ ਚਲਾਕੀ ਨਾਲ, ਕਿਤਾਬਾਂ ਪੜ੍ਹ ਪੜ੍ਹ ਲੋਕਾਂ ਦੀਆਂ ਜੇਬਾਂ ਕੱਟਦਾ, ਓਏ ਉਹਨੂੰ ਦੇਣ ਵਾਲਾ ਦਾਨ ਤੇ ਨਰਕਾਂ ਨੂੰ ਹੀ ਜਾਂਦਾ। ਆਖੋ ਸਤਨਾਮ। ਹੁਣ ਕੀ ਪਤਾ ਪੜਦਾ ਕੀ ਕਰਦੇ, ਮਾਸ ਖਾਂਦੇ, ਸ਼ਰਾਬਾਂ ਪੀਂਦੇ, ਮਾੜੇ ਕਰਮ ਕਰਦੇ ਨੇ। ਤੇ ਅੱਜ ਇਹੋ ਜਿਹੇ ਪੰਡਤ ਸਾਡੀ ਕੌਮ ਵਿੱਚ ਬੜੇ ਨੇ, ਬੜੇ। ਫਰਕ ਕੀ ਹੈ? ਲਿਬਾਸ ਦਾ ਹੀ ਫਰਕ ਹੈ। ਲਿਬਾਸਧਾਰੀ ਸਿੱਖਾਂ ਦੇ ਰੂਪ ਵਿੱਚ ਬ੍ਰਾਹਮਣ ਬੜੇ ਬੈਠੇ ਨੇ, ਗੁਰੂ ਘਰ ਦੀ ਮਾਇਆ ਦੇ ਨਾਲ ਮਾੜੇ ਕਰਮ ਕਰਦੇ ਨੇ। ਤੇ ਫਿਰ ਫਰਕ ਕੀ ਹੈ? ਫਰਕ ਤੇ ਕੋਈ ਨਹੀਂ, ਹਾਲਾਤ ਸੇਮ ਨੇ। ਬਸ ਜਿਉਂਦੇ ਵੀ ਦੁਖੀ, ਸੁੱਤੇ ਵੀ ਦੁਖੀ, ਮਰਿਆਂ ਤੇ ਦੁੱਖ ਭੋਗਣਾ ਹੀ ਭੋਗਣਾ ਹੈ। ਗੋਬਿੰਦ ਰਾਏ ਵੀ ਮਨ ਕਰਕੇ ਸੋਚਦੇ, ਇਹਨਾਂ ਕਸ਼ਮੀਰੀ ਪੰਡਤਾਂ ਦੇ ਵਾਂਗ ਲਾਲਚ ਵਧਾਇਆ। ਪਰ ਕਸ਼ਮੀਰ ਦੇ ਕੁਝ ਪੰਡਤ ਤੇ ਬੜੇ ਪ੍ਰੇਮ ਵਾਲੇ ਸੀ, ਜ਼ਿਆਦਾਤਰ ਉੱਥੇ ਲਾਲਚੀ ਬੈਠੇ ਸੀ, ਕਿਉਂਕਿ ਵੱਡੇ ਮੰਦਿਰ ਬਣੇ ਹੋਏ ਸੀ, ਵੱਡੇ ਵੱਡੇ ਸ਼ਰਧਾਲੂ, ਵੱਡੇ ਲੋਕ ਆਉਂਦੇ ਸੀ। ਧਰਮ ਦੇ ਦਾਇਰੇ ਤੇ ਹਵਨਾਂ ਦੇ ਨਾਂ ਤੇ ਲੋਕਾਂ ਨੂੰ ਲੁੱਟਿਆ ਜਾਂਦਾ ਸੀ। ਅੱਜ ਗੋਬਿੰਦ ਰਾਏ ਜੀ ਸਮਝਾਉਣ ਲੱਗ ਗਏ, ਕਹਿੰਦੇ ਪੰਡਤ ਜੀ ਇੱਕ ਗੱਲ ਦੱਸੋ, ਦਾਨ ਪੁੰਨ ਦੇ ਕੇ ਜ਼ਿੰਦਗੀ ਬਦਲ ਸਕਦੀ? ਕਹਿੰਦੇ ਬਿਲਕੁਲ। ਪੰਡਤ ਕਹਿੰਦੇ ਬਿਲਕੁਲ। ਹੱਸ ਕੇ ਮਰਦ ਕਹਿੰਦੇ ਜੇ ਦਾਨ ਪੁੰਨ ਦੇ ਕੇ ਜਾਂ ਦਾਨ ਲੈ ਕੇ ਜ਼ਿੰਦਗੀ ਬਦਲਦੀ ਹੈ, ਤੁਹਾਡੀ ਅਜੇ ਤੱਕ ਕਿਉਂ ਨਹੀਂ ਬਦਲੀ? ਆਖੋ ਸਤਿਨਾਮ। ਕਿੰਨੇ ਕਿੰਨੇ ਸਾਲ ਹੋ ਗਏ ਤੁਹਾਨੂੰ ਦਾਨ ਲੋਕਾਂ ਦਾ ਲੈਂਦਿਆਂ ਨੂੰ, ਦਾਨ ਦਿੰਦਿਆਂ ਨੂੰ, ਅਜੇ ਤੱਕ ਤੇ ਕੁਝ ਨਹੀਂ ਹੋਇਆ। ਕਹਿੰਦੇ ਜਿਹੜੇ 5-7 ਪੰਡਤ ਬੈਠੇ ਸੀ, ਮੱਥਾ ਟੇਕੇ, ਕਹਿੰਦੇ ਮਰਜ ਹਾਜ਼ਰੀ ਪ੍ਰਵਾਨ ਕਰਿਓ। ਆਖੋ ਸਤਿਨਾਮ। ਚੱਲੇ ਆਪਾਂ। ਮਰਦ ਨੇ ਜਾਂਦਿਆਂ ਸਿਰੋਂ ਪਾਉ ਦਿੱਤਾ। ਹੁਣ ਇਹਨਾਂ ਪੰਡਤਾਂ ਨੇ ਕਾਂਸ਼ੀ ਦੇ ਦੂਜੇ ਪੰਡਤਾਂ ਨੂੰ ਜਾ ਕੇ ਨਹੀਂ ਦੱਸਿਆ ਵੀ ਅਸੀਂ ਤੇ ਸਰੂਪਾਂ ਲੈ ਆਏ, ਤੁਸੀਂ ਨਾ ਜਾਇਓ। ਕਹਿੰਦੇ ਬੜਾ ਕੁਝ ਮਰਜ ਨੇ ਬਖਸ਼ਿਆ, ਤੁਸੀਂ ਵੀ ਚਲੇ ਜਾਓ। ਹੁਣ ਕਾਂਸ਼ੀ ਹਿੰਦੂ ਧਰਮ ਦਾ ਗੜ੍ਹ ਸੀ, ਗੰਗਾ ਦੇ ਕਿਨਾਰੇ। ਜੇ ਬਨਾਰਸ ਵਿੱਚ ਪੰਡਤਾਂ ਨੇ ਨਾ ਲੁੱਟਿਆ ਤੇ ਕਿੱਥੇ ਲੁੱਟਣਾ? ਤਾਂ ਹੀ ਤੇ ਮਰਦ ਨੇ ਕਿਹਾ, ਓਏ ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ। ਠੱਗ ਬੈਠੇ ਸੀ, ਅੱਜ ਵੀ ਬੈਠੇ ਨੇ। ਗੰਗਾ ਤੇ ਚਲੇ ਜਾਓ, ਤੁਹਾਡੇ ਟੱਬਰ ਦੀਆਂ ਪੁਸ਼ਤਾਂ ਲਿਖੀ ਫਿਰਦੇ ਸਾਰੀਆਂ, ਦਾਦੇ ਪੜਦਾਦੇ ਦਾ ਕੀ ਨਾਂ ਹੈ, ਕੀ ਦਾ ਕਿੱਥੇ ਦਾਨ ਪੁੰਨਾ, ਉੱਥੇ ਜਾ ਕੇ ਜਮਾ ਕਰਾ ਦਿਓ। ਮਰਿਆ ਤੋਂ ਬਾਅਦ ਮੁਕਤੀ ਮਿਲ ਜਾਏਗੀ, ਪਰ ਮਿਲੇਗੀ ਤਾਂ ਜੇ ਡੈਬਿਟ ਕਾਰਡ ਤੇ ਕ੍ਰੈਡਿਟ ਕਾਰਡ ਜੇਬ ਚ। ਆਖੋ ਸਤਨਾਮ। ਉਹ ਤੋਂ ਬਗੈਰ ਧਰਮ ਰਾਜਾ ਸੈਫਟੀ ਨਹੀਂ ਕਰਦਾ। ਇਹ ਕਾਰਨ ਸੋ ਗੁਰਮੁਖੋ, ਇਸੇ ਇਤਿਹਾਸ ਦੀ ਕਥਾ ਸੋ ਅੱਜ ਪਾਵਨ ਦਿਨ ਹੈ। ਸਾਹਿਬਜ਼ਾਦਿਆਂ ਦੀ ਸ਼ਹਾਦਤਾਂ ਦੁਨੀਆ ਤੇ ਇਤਿਹਾਸ ਤੇ ਬਹੁਤ ਹੋਣਗੇ, ਪਰ ਇਹੋ ਜਿਹਾ ਇਤਿਹਾਸ ਨਾ ਕਦੇ ਹੋਇਆ, ਨਾ ਕਦੇ ਹੋ ਸਕਦਾ। ਜਦੋਂ ਸੂਬੇ ਦੀ ਪਹਿਲੀ ਕਚਹਿਰੀ ਲੱਗੀ, ਸਾਹਿਬਜ਼ਾਦਿਆਂ ਨੂੰ ਲਾਲਚ ਦਿੱਤੇ ਗਏ, ਉਹ ਨਹੀਂ ਡੋਲੇ। ਤੇ ਸੂਬਾ ਕਹਿੰਦਾ ਇਹਨਾਂ ਦੇ ਹੱਥਾਂ ਦੀਆਂ ਉਂਗਲਾਂ ਸਾੜ ਦਿਓ। ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਦੇ ਹੱਥਾਂ ਨੂੰ, ਕੋਮਲ ਜਿਹੇ ਹੱਥ, ਅੱਤ ਦੀ ਸਰਦੀ ਅੱਗ ਦੇ ਵਿੱਚ ਰੱਖ ਰੱਖ ਕੇ ਉਹਨਾਂ ਦੇ ਨਹੁੰ ਤੇ ਉਂਗਲਾਂ ਨੂੰ ਵਰਨ ਕੀਤਾ ਗਿਆ, ਕਿਉਂਕਿ ਜਲਣ ਦਾ ਦਰਦ ਸਭ ਤੋਂ ਵੱਧ ਭਿਆਨਕ ਹੈ। ਪੁੱਛਦੇ ਨੇ
ਕਿਵੇਂ ਆ ਤੁਹਾਡੇ ਧਰਮ ਦਾ ਹਾਲ? ਪਿਤਾ ਤੁਹਾਡਾ ਮਾਰਿਆ ਗਿਆ, ਭਰਾ ਤੁਹਾਡੇ ਮਾਰੇ ਗਏ, ਕੀ ਮਿਲਦਾ ਸਿੱਖ ਬਣ ਕੇ? ਸਿੱਖੀ ਛੱਡ ਦਿਓ, ਇਸਲਾਮ ਦੇ ਵਿੱਚ ਆ ਜਾਓ, ਸੁੱਖ ਮਿਲਣਗੇ ਸਾਰੇ। ਸਾਹਿਬਜ਼ਾਦਿਆਂ ਸੀਸ ਹਿਲਾਇਆ ਨਹੀਂ। ਦੂਜੇ ਦਿਨ ਕਚਹਿਰੀ ਵਿੱਚ ਗਏ, ਕੂੜਿਆਂ ਦੀ ਮਾਰ ਬਾਅਦ ਵਿੱਚੋਂ ਮਾਰੀ ਗਈ। ਜਦੋਂ ਨਹੀਂ ਮੰਨੇ, ਤੀਜੇ ਦਿਨ ਤੇ ਫਿਰ ਸਜ਼ਾ ਸੁਣਾ ਕੇ ਕਹਿੰਦੇ ਨੀਹਾਂ 'ਚ ਚਿਣ ਦਿੱਤਾ ਜਾਏ। ਨੀਹਾਂ ਵਿੱਚ ਚਿਣਨ ਦਾ ਦੁੱਖ ਸਭ ਤੋਂ ਵੱਡਾ ਹੈ, ਸਾਹ ਘੁੱਟ ਜਾਂਦਾ ਹੈ। ਨੀਂਹ ਕਿੱਦਾਂ ਸੀ? ਦੋਨੇ ਤਰਫ ਦੀਵਾਰਾਂ ਕਰਕੇ ਪੈਰਾਂ ਉੱਤੇ ਨੀਂਹ ਚੁੱਕਣੀ। ਜਿਸ ਵੇਲੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਨੀਹਾਂ ਪੁੱਟ ਕੇ ਉਹਨਾਂ ਕੰਧਾਂ ਦੇ ਵਿੱਚ ਚਿਣਨ ਲੱਗੇ ਨੇ, ਜਦੋਂ ਕੰਧ ਸਿੱਧੀ ਚਲਦੀ ਚਲਦੀ ਗੋਡਿਆਂ ਕੋਲ ਆ ਗਈ, ਮਿਸਤਰੀ ਤੇ ਜਲਾਦ ਆਖਦੇ ਨੇ, ਕਹਿੰਦੇ ਜੀ ਗੋਡੇ ਵਿੱਚ ਆ ਗਏ, ਕੰਧ ਟੇਢੀ ਹੋ ਰਹੀ ਹੈ। ਅੱਗੋਂ ਜਲਾਦ ਨੂੰ ਵਜ਼ੀਰ ਖਾਨ ਕਹਿੰਦਾ, ਪਾਪੀ ਕੋਲ ਹੀ ਬੈਠਾ, ਕਹਿਣ ਲੱਗਿਆ ਭਾਈ ਜੇ ਇੱਟ ਬਾਹਰ ਆਉਂਦੀ ਹੈ ਤੇ ਤੇਜ ਛੁਰਾ ਲੈ ਕੇ ਇਹਨਾਂ ਦੀ ਚੱਪਣੀ ਲਾ ਦਿਓ, ਆਖੋ ਸਤਨਾਮ, ਇੱਟ ਟੇਢੀ ਨਾ ਹੋ ਜਾਏ। ਗੁਰੂ ਕੇ ਲਾਲ ਗੁਰੂ ਸਪੁੱਤਰ ਨਹੀਂ ਡੋਲੇ। ਦੋਨੇ ਤਰਫ ਇੱਕ ਕੰਧ ਅੱਗੇ ਤੋਂ, ਇੱਕ ਪਿੱਠ ਪਿੱਛੇ ਤੋਂ ਚਿੜੀ ਜਾ ਰਹੀ ਹੈ। ਇੱਕ ਵਾਰ ਕੰਧ ਚਿੜੀ, ਦੋਨੇ ਭਰਾ ਇੱਕ ਦੂਜੇ ਵੱਲ ਵੇਖ ਰਹੇ ਨੇ। ਉਧਰ ਠੰਡੇ ਬੁਰਜ ਵਿੱਚ ਮਾਤਾ ਗੁਜਰ ਕੌਰ ਨੇਤਰ ਬੰਦ ਕਰਕੇ ਚੌਂਕੜਾ ਲਾ ਕੇ ਸਭ ਕੁਝ ਵੇਖ ਰਹੇ ਨੇ ਕੀ ਹੋ ਰਿਹਾ ਹੈ। ਇੱਕ ਰੂਹ ਦੀ ਤਾਕਤ ਦੇ ਰਹੇ ਨੇ, ਬੱਚਿਓ ਡੋਲ ਨਾ ਜਾਇਓ। ਇੱਕ ਪਾਸੇ ਝੂਠਾ ਆਨੰਦ ਖੱਤਰੀ ਪਾਪੀ ਖੜਾ ਪੁੱਛੀ ਜਾਂਦਾ, ਓਏ ਅਜੇ ਵੀ ਮੰਨ ਜੋ, ਦੀਵਾਰ ਜਦੋਂ ਨੱਕ ਤੱਕ ਆ ਗਈ ਮਰ ਜਾਓਗੇ, ਕਿਉਂ ਜ਼ਿੰਦਗੀ ਗਵਾ ਰਹੇ ਹੋ ਇੰਨੇ ਸਸਤੇ ਦੇ ਵਿੱਚ? ਸਾਹਿਬਜ਼ਾਦੇ ਬਿਲਕੁਲ ਨਹੀਂ ਬੋਲਦੇ, ਇਸ਼ਾਰਾ ਕਰਦੇ, ਨਹੀਂ ਧਰਮ ਛੱਡਣਾ। ਜਦੋਂ ਦੀਵਾਰ ਨੱਕ ਤੱਕ ਆਈ, ਛਾਤੀ ਤੱਕ ਪਹੁੰਚੀ ਹੈ, ਛਾਤੀ ਤੋਂ ਨੱਕ ਤੱਕ ਆਈ, ਸਾਹ ਰੁਕ ਗਿਆ। ਜਦੋਂ ਸਾਹ ਰੁਕਿਆ, ਸਰੀਰ ਨਿਢਾਲ ਹੋਏ ਨੇ, ਹੁਣ ਨਵੀਂ ਚਿੜੀ ਹੋਈ ਕੰਧ ਹੈ, ਦੋਨੇ ਤਰਫ ਤੋਂ ਅੱਗੇ ਪਿੱਛੇ ਤੋਂ ਸਰੀਰਾਂ ਦਾ ਭਾਰ ਤੇ ਪਏਗਾ। ਜਿਸ ਵੇਲੇ ਸਰੀਰਾਂ ਦਾ ਭਾਰ ਹੋਇਆ, ਦੀਵਾਰ ਡਿੱਗ ਪਈ। ਦੂਜੀ ਵਾਰ ਫੇਰ ਸੂਬੇ ਨੇ ਹੁਕਮ ਕੀਤਾ ਦੀਵਾਰ ਚਿਣੀ ਜਾਏ। ਦੂਜੀ ਵਾਰ ਫੇਰ ਚਿਣੀ ਡਿੱਗੀ ਹੈ, ਤੀਜੀ ਵਾਰ ਦੀਵਾਰ ਚਿਣੀ ਹੈ। ਦੀਵਾਰ ਚਿਣਨ ਤੋਂ ਬਾਅਦ ਧਰਤੀ ਤੇ ਡਿੱਗੀ ਤੇ ਸਤਿਗੁਰਾਂ ਦੇ ਪੁੱਤਰ ਦੋਨੇ ਬੇਹੋਸ਼ ਨੇ। ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਇਹਨਾਂ ਨੂੰ ਹੋਸ਼ ਵਿੱਚ ਲਿਆਂਦਾ ਗਿਆ। ਮੂੰਹ ਤੇ ਜਲ ਦੇ ਛਿੱਟੇ ਮਾਰੇ ਗਏ। ਸੂਬਾ ਸਰਹੰਦ ਜ਼ੁਲਮੀ ਪਾਪੀ ਜ਼ਾਲਮਾਂ ਦੇ ਕੋਲ ਖੜ ਕੇ ਕਹਿੰਦਾ, ਇਹਨਾਂ ਨੂੰ ਅਜੇ ਵੀ ਪੁੱਛ ਲੋ, ਅਜੇ ਵੀ ਕੁਝ ਨਹੀਂ ਵਿਗੜਿਆ, ਬੇਸੁੱਧ ਹੋਏ ਨੇ। ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਨੂੰ ਹੋਸ਼ ਆਈ, ਪੁੱਛਿਆ, ਇਸ਼ਾਰਾ ਕਰ ਦਿੱਤਾ, ਨਹੀਂ ਧਰਮ ਨਹੀਂ ਛੱਡ ਸਕਦੇ, ਸਿੱਖੀ ਕੇਸਾਂ ਤੇ ਸਵਾਸਾਂ ਸੰਗ ਨਿਭਾਉਣੀ ਹੈ। ਉਸ ਤੋਂ ਬਾਅਦ ਸੂਬਾ ਕਹਿੰਦਾ ਰੁੱਖ ਨਾਲ ਬੰਨ ਦਿਓ। ਬੋੜ ਦਾ ਰੁੱਖ ਸੀ ਉੱਥੇ ਬਹੁਤ ਵੱਡਾ ਲੱਗਿਆ, ਜਿੱਥੇ ਅੱਜ ਕੱਲ ਗੁਰਦੁਆਰਾ ਫਤਿਹਗੜ੍ਹ ਸਾਹਿਬ। ਫਿਰ ਇੱਥੇ ਡਾਕਟਰ ਗੰਡਾ ਸਿੰਘ, ਦੂਨਾ ਸਿੰਘ ਹਡੂਰੀਆ ਆਪਣੀ ਕਿਤਾਬ ਵਿੱਚ ਲਿਖ ਰਹੇ ਨੇ, ਪੁਰਾਤਨ ਇਤਿਹਾਸ ਵਿੱਚ, ਜਿਹਨੂੰ ਮਰਦ ਨੇ ਆਪ ਭੇਜਿਆ ਸੀ, ਸਿੱਖਾਂ ਇਤਿਹਾਸ ਲਿਖੀ, ਇਸਲਾਮ ਮੁਸਲਮਾਨਾਂ ਦੇ ਰੂਪ ਵਿੱਚ ਰਹਿ ਕੇ। ਪੀਪਲ ਬਾਂਧ ਗਲੇ ਲੈ ਮਾਰੇ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਬਾਹਾਂ ਕਰ ਫੜ ਕੇ ਘੜੀਸ ਕੇ ਉਹਨਾਂ ਨੂੰ ਪਿੱਪਲ ਦੇ ਬੋਰ ਦੇ ਰੁੱਖ ਨਾਲ ਬੰਨ ਕੇ ਜ਼ਾਲਮਾਂ ਨੇ ਦੂਰ ਤੋਂ ਗੁਲੇਲਾਂ ਦੀਆਂ ਮਾਰਾਂ ਮਾਰੀਆਂ। ਕਹਿੰਦੇ ਇੱਕ ਗੁਲੇਲ ਦਾ ਪੱਥਰ ਬਾਬਾ ਫਤਿਹ ਸਿੰਘ ਦੀ ਸੱਜੀ ਅੱਖ ਤੇ ਆ ਕੇ ਵੱਜਿਆ। ਵੱਜਣ ਸਾਰ ਅੱਖ ਚੋਂ ਖੂਨ ਨਿਕਲਿਆ, ਪਰ ਹੱਥ ਬੰਨੇ ਹੋਏ ਨੇ, ਹੱਥ ਨਹੀਂ ਲਾ ਸਕਦੇ। ਅੱਖ ਤੇ ਬਾਡੀ ਦਾ ਸੈਂਸਿਟਿਵ ਪਾਰਟ ਹੈ, ਇੱਥੇ ਤੇ ਹਵਾ ਵੀ ਪੈ ਜੇ ਮਨੁੱਖ ਤਾਂ ਵੀ ਹੱਥ ਲਾਉਂਦਾ ਹੈ। ਉਹ ਤੋਂ ਬਾਅਦ ਖੋਲਿਆ ਗਿਆ, ਸੂਬੇ ਦੇ ਸਾਹਮਣੇ ਘੜੀਸ ਕੇ ਦੋਨਾਂ ਨੂੰ ਪੇਸ਼ ਕੀਤਾ ਗਿਆ। ਕਹਿੰਦੇ ਅਜੇ ਵੀ ਮੰਨ ਲਓ, ਤੁਹਾਡਾ ਪਿਤਾ ਮਾਰਿਆ ਗਿਆ, ਤੁਹਾਡੇ ਨਾਮ ਦਾ ਧਰਮ ਖਤਮ ਹੋ ਗਿਆ, ਇਸਲਾਮ ਦੇ ਵਿੱਚ ਆ ਜਾਓ, ਸਾਰੇ ਸੁੱਖ ਮਿਲ ਜਾਣਗੇ, ਇਲਾਜ ਸ਼ੁਰੂ ਹੋ ਜਾਏਗਾ। ਬੋਲ ਤੇ ਨਹੀਂ ਸੀ ਹੁੰਦਾ। ਬਾਬਾ ਫਤਿਹ ਸਿੰਘ ਜੀ ਨੇ ਹੱਥ ਰੱਖਿਆ ਸੱਜੀ ਅੱਖ ਤੇ, ਸਿਰ ਹਿਲਾ ਦਿੱਤਾ, ਸੂਬਿਆ ਅਸੀਂ ਨਹੀਂ ਤੇਰੀ ਗੱਲ ਮੰਨਣੀ, ਆਖੋ ਸਤਨਾਮ, ਨਹੀਂ ਮੰਨਣੀ। 3 ਵਾਰ ਨੀਹਾਂ ਚ ਚੜਿਆ ਗਿਆ, 3 ਵਾਰ ਦੀਵਾਰ ਡਿੱਗੀ ਹੈ। ਉਹ ਤੋਂ ਬਾਅਦ ਕੋਰੜਿਆਂ ਦੀ ਮਾਰ, ਗੁਲੇਲਿਆਂ ਦੀ ਮਾਰ। ਫਿਰ ਜ਼ਾਲਮਾਂ ਨੂੰ ਹੁਕਮ ਸੁਣਾਉਂਦਾ ਵਜ਼ੀਰ ਖਾਨ ਪਾਪੀ, ਕਹਿੰਦਾ ਜੇ ਨਹੀਂ ਮੰਨਦੇ ਤੇ ਮੈਨੂੰ ਮਨਾਉਣ ਦਾ ਤਰੀਕਾ ਅਜੇ ਵੀ ਹੈ, ਇਹਨਾਂ ਨੂੰ ਜ਼ਿਬਾ ਕੀਤਾ ਜਾਏ। ਜ਼ਿਬਾ ਕੀ ਹੈ? ਇਸਲਾਮ ਦੇ ਤਰੀਕੇ ਦਾ ਕੁੱਠਾ ਮਾਸ, ਬੱਕਰੇ ਦੀ ਗਰਦਨ ਤੇ ਰੱਖ ਕੇ ਤਿੱਖਾ ਛੁਰਾ ਹੌਲੀ ਹੌਲੀ ਤੜਫਾ ਤੜਫਾ ਕੇ ਫੇਰਨਾ।
वो क्यों किया? करबला की तरह इन्हों मारिया जाए, तड़फाया जाए, तां जो इन्हां दी सी निकले, चीस निकले। जो जिबा का नाम लिया, तिखा शुरा जलाद के हाथ विच है, हो सकता है बाबा फतेह सिंह, बाबा जोरावर सिंह सलाह बदल लेना। पर गुरमुखो बेसुध होकर धरती ते डिग पए सी। सतगुरां दे दोने पुत्र धरती ते पए ने। जलादां नूं वजीर खां कोल आके कहंदे साह चलदे ने, प्राण हैगे ने, इन्हां दी छातियां ते बह के गर्दनां कट दिओ। तड़फा तड़फा के सब तो पहला बाबा जोरावर सिंह जी दी छाती ते बैठिया जनाब, तिखा शुरा लेके कहन लग्या वजीर खां मैं तू पाप नहीं होना, मैं ये काम नहीं कर सकता। वजीदा कहंदा क्यों? तेरे सारे केस मैं माफ कीते। समाणे दे जलाद सीओ शासल वेग ते बाशल वेग। कहंदे जी कोमल जियां जिंदा ने अज तक किसी छोटे मासूम बच्चे का कतल नहीं कीता, नहीं होना साडे तो बुल्ला वर्गी जिंदड़ी है, किरपा करके सानू पट्टियां दे दिओ कालियां, काम असीं कर देंगे पर वेख के नहीं कर सकते। कहंदे जलादा ने कालियां पट्टियां अखां ते बन्नियां। पहला बाबा जोरावर सिंह जी की गर्दन ते तिखा छुरा चलाया गया। हौली हौली गला रेदिया जा रहा है, शरीर तड़फदा है, हाथ पिछे बन्ने हुए ने, जलाद शरीर उत्ते बैठा है, वो तड़फदे ने। कहंदे जिस वेले वो वार होया, खंडे के साथ प्राण छुटिए गए। इत्थे विद्वानां ने लिखिया कि छुरा चलण दी देर सी, बाबा जोरावर सिंह जी शहीदी दा जाम पी गए, एक पल च शहीद हो गए। हुण वारी है बाबा फतेह सिंह जी दी, होश विच लिआंदा गया, हल्की जी होश है, सीस घुम जांदा है। हालांकि कहंदा जलाद अजे भी सोच ले, सीस हिलाया नहीं। उन्हें छुरा रखिया गर्दन ते हौली हौली चलाउण लगे, तड़फाउण लगे। कहंदे सीस धड़ तो वख हो गया। इत्थे फिर विद्वानां ने लिखिया कहंदे आधी घड़ी बाबा फतेह सिंह पैर हलावत पए। कहंदे 12 मिनट शरीर विचों जान ना निकली, धड़ भी तड़फदा ते सीस भी तड़फदा। खो सतनाम तड़फे दर्द झलिया, पर उन्हां ने ईन नहीं मन्नी। शहादत दा जाम पीता, सिर धड़ तो वख हो गए, शरीरां नूं सुटिया गया जंगल दे विच हंसला नदी दे कंढे, जिथे गुरुद्वारा विवानगढ़ साहिब बनिया। अज कोई नहीं आउंदा। उधर बुरज दे विच माता गुजर कौर जी ने सारा भाना वेखिया, शरीर छड़ दिता, सवास चढ़ाए, तन दा परित्याग कर दिता। अज सूबा कचहरी विच बैठा कहंदा है मैं सिख धर्म दा खात्मा कर दिता। कोई इन्हां दी लाश ते कफन पाउण वाला नहीं। किथे है कलगी वाला? जदों ये गल्लां उस पापी ने आखियां, ये नूरा माही कथा ते शमेश पिता नूं सुणा रिहा सारी। टोडरमल नवाब सी उन्हां समयां दा, जहाज चलदे सी, कचहरी च आ गया। कहंदा बादशाह जे तुसी हुक्म करो ते मैं मुल चुका सकदा। कहंदे माया विशा दे शर्फियां सोने दियां, जिन्नी थां च संस्कार करना तेनू थां उन्नी मुल मिलनी है। उन्हें घर-बार जो कुछ भी सी, बड़ा कुछ सी, उहदे सोने दियां मोहरां विछा दित्तियां। पापियां दे मन च लालच आ गया, कहंदे खड़ियां मोहरां 5 फुट उच्चियां। दीवान टोडरमल ने खड़ियां मोहरां विछा दित्तियां, साहिबजादियां दे शरीरां ते बस्तर पाए, अपनी पत्नी, अपनी धी, अपने पुत दे समेत सारे परिवार ने तिन्हां दे शरीरां नूं मोढियां ते चुकिया, सिर धड़ां तो वख ने ज्योति स्वरूप दी धरती ते ले आए। इत्थे घर सी अपना उदा, एक वड्डी हवेली, एक छोटी जी। इस थां ते लिया के उस महापुरख ने जो संस्कार किया, संस्कार करन दी देर सी, सूबे ने हुक्म सुनाया, वो जिन्हें सोने दियां मोहरां दे के इन्हां दा संस्कार किया, अज ओदा गला वड्डिया जाए, उन्हें कोलू च पीड़िया जाए। दीवान टोडरमल नूं भी कहंदे सजा दित्ती कि सारा परिवार कोलू च पीड़िया। ते फिर मोती राम मेहरा जिन्हें ठंडे बुरज विच दुध की सेवा की, ਉਹਦੇ ਪਰਿਵਾਰ ਨੂੰ ਵੀ ਹੁਕਮ ਸੁਣਾਇਆ ਵੀ ਇਹਦਾ ਵੀ ਬਾਲ ਬੱਚਾ ਪੀੜਿਆ ਜਾਏ, ਕੀਮਾ ਕੀਮਾ ਕਰਕੇ ਟੁਕੜੇ ਟੁਕੜੇ ਕਰਕੇ ਤੇਲ ਵਾਲੇ ਕੋਲੂ ਚ ਛੱਡ ਦਿਓ। ਤੇ ਗੁਰਮਖੋ ਜਿਸ ਵੇਲੇ ਸ਼ਹਾਦਤ ਦਾ ਜਾਮ ਪੀਤਾ ਸਾਹਿਬਜ਼ਾਦਿਆਂ ਨੇ, ਸਰਹੰਦ ਦੀ ਦੀਵਾਰ ਡਿੱਗੀ,
वो 2 गिलास मोती राम मेहरे के घर विच पए सी जिन्हां च दुध पीता दोनों ही फट गए अज तक फटे हुए। आखो सतनाम। कदे जाके दीदार करियो रोजा शरीफ के सामने गुरुद्वारा मोती राम मेहरा जी का वो गिलास अज भी फटे हुए। इन्ना कहर जो वापरिया जो दशमेश पिता जी ने यह गल सारी नूरे माही तो सुनी। मर्द ने तीर की नोक दे नाल काही का बूटा पुट के कह दिता अज मुगल राज की जड़ पुट्टी गई ते हसे सतगुर। पुत्रा दी मौत चारां दी सुन के दशमेश पिता रोए नहीं, अख चो अथरू नहीं बहाया। बचन कह दिता सी सूबिया 4 चंगियाड़ियां बुझा के और औरंगजेब पापिया तू केड़ी जित हासिल कर लई। इन पुत्रन के शीस पर वार दिए सुत 4 मुए तो क्या हुआ जीवत कई हजार। जे तू 4 चंगियाड़ियां मेरियां बुझा दित्तियां तू वड्डा हो गया, कोई फर्क नहीं पिया। तेरे पापां दा घड़ा तेरे सिर फुट गया है। सूबिया रहिंदी दुनिया तक सरहंद दी कबर दे विच, सरहंद दी कबर नाम गोद दे, सरहंद दी गोद विच सरहंद दी कबर दे विच पापिया तेरी कबर नहीं लभनी। ए सरहंद ने ते तेरी थां मरी हुई लाशों भी थां नहीं देनी। ते अज तुसी चले जाओ सरहद की धरती ते जाओगे, कदे बड़े बड़े महल हुंदे सी आम खास बाग वर्गे, तुहानू साहिबजादियां दे स्थान ते मिल जाणगे। दुनिया दे हर जाण वाले व्यक्ति दा सीस अपने आप झुकेगा, किसी भी धर्म दा होवे सीस झुक जाएगा। पर कदे पता करके आयो जिस सूबे दा हुक्म चलदा सी उस पापी दी सरहद विच कबर है किथे। आखो सतनाम। जुल्म कमाउण वालियां दा जग ते नामो निशान नहीं रहिंदा, शहादतां ते इबादतां वालियां दा जग ते नाम रहिंदा। उन्हां कुर्बानियां दित्तियां साडे लई, पर असीं अवेसड़े हो गए। अज समा सी 10:45 का। उम्मीद है सारियां ने सफला कीता होना, बंदगी च जुड़े हो गए। जिन्हां ने नहीं भी सफला कीता जां भुल भी गए, याद भी नहीं रहा, समा अपने कोल 5-7 मिनट का है, आओ उन्हां दी याद विच जुड़िए। वाहिगुरु 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 वाहिगुरु
ਵਾਹਿਗੁਰੂ 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 ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬਹੂ ਨ ਛਾੜੈ ਖੇਤ ਦਸ਼ਮੇਸ਼ ਪਿਤਾ ਜੀਆਂ ਦੇ 40 ਪੁੱਤਰਾਂ ਮੌਤ ਤੇ ਕਬੂਲ ਲਈ ਪਰ ਈਨ ਨਹੀਂ ਛੱਡਿਆ, ਆਪਣਾ ਦੀਨ ਨਹੀਂ ਛੱਡਿਆ, ਸੱਚ ਦਾ ਸਾਥ ਨਹੀਂ ਛੱਡਿਆ, ਪੁਰਜਾ ਪੁਰਜਾ ਹੋ ਕੇ ਕੱਟ ਗਏ ਪਰ ਕੌਮ ਤੇ ਧਰਮ ਤੇ ਦੇਸ਼ ਤੋਂ ਜਿੰਦੜੀ ਵਾਰ ਗਏ। ਐਸੇ ਸ਼ਹੀਦਾਂ ਦੇ ਚਰਨਾਂ ਵਿੱਚ ਕੋਟਾਨ ਕੋਟ ਪ੍ਰਣਾਮ ਵੰਦਨਾ। ਸਤਿਗੁਰ ਕਿਰਪਾ ਕਰਨ ਸਾਨੂੰ ਕਿਤੇ ਮਾਤੇ ਆ ਜੇ, ਅਸੀਂ ਉਹਨਾਂ ਦੇ ਰਾਹਾਂ ਤੇ ਚੱਲੀਏ ਤੇ ਆਪਣੇ ਬੱਚਿਆਂ ਨੂੰ ਕਿਤੇ ਉਹਨਾਂ ਦੇ ਕਿਰਦਾਰ ਸੁਣਾਈਏ ਤਾਂ ਜੋ ਸਾਡੇ ਬੱਚਿਆਂ ਨੂੰ ਪਤਾ ਲੱਗੇ ਸਾਡੀ ਕੌਮ ਕਿਹਨਾਂ ਹੀਰਿਆਂ ਦੀ ਕੌਮ ਹੈ। ਸਵੱਛ ਆਖਰੀ ਦਿਨ ਸੀ ਸਰਹੰਦ ਦਾ, ਫਤਿਹਗੜ੍ਹ ਸਾਹਿਬ ਦੀ ਸਭਾ ਦਾ। ਅੱਜ ਸ਼ਹਾਦਤ ਦਾ ਜਾਮ ਤੋਂ ਬਾਅਦ ਸੰਸਕਾਰ ਹੋਇਆ ਉਸ ਧਰਤੀ ਤੇ, ਬੇਅੰਤ ਸੰਗਤਾਂ ਨਤਮਸਤਕ ਹੋਈਆਂ ਨੇ। ਸੋ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ, ਇਸ ਅਸਥਾਨ ਤੇ ਵੀ ਆਪ ਸੰਗਤਾਂ ਦੇ ਵਾਸਤੇ ਅੱਜ ਗੁਰਦੁਆਰਾ ਸਾਹਿਬ ਵੱਲੋਂ ਪ੍ਰਬੰਧ ਵੱਲੋਂ ਪਕੌੜਿਆਂ ਤੇ ਚਾਹ ਦੇ ਲੰਗਰ ਹਾਜ਼ਰ ਨੇ। ਸਾਰੀਆਂ ਸੰਗਤਾਂ ਨੂੰ ਮਹਾਂਪੁਰਖਾਂ ਵੱਲੋਂ ਅਤੇ ਸੰਗਤਾਂ ਵੱਲੋਂ ਬੇਨਤੀ ਹੈ, ਲੰਗਰ ਛਕੇ ਤੋਂ ਬਗੈਰ ਕਿਸੇ ਨੇ ਨਹੀਂ ਜਾਣਾ। ਸਾਰੇ ਗੁਰੂ ਦਾ ਲੰਗਰ ਛਕ ਕੇ ਜ਼ਰੂਰ ਜਾਇਓ। ਗੁਰਮਤਿ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਇੰਨੀਆਂ ਬੇਨਤੀਆਂ ਪ੍ਰਵਾਨ ਜੀ। ਮਨ ਭਾਵਤ ਕਰ ਥਾਰ ਭਰਿਓ ਹੈ, ਸਤਿਗੁਰ ਅਚਵਨ ਤਬਹਿ ਕਰਿਓ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।